ਜਿਹੜੀ ਰੋਜ਼ਾਨਾ ਦੀ ਲਾਈਫ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਉਸੇ ਨੂੰ ਤੁਸੀਂ ਫੜ ਕੇ ਕਵਿਤਾ 'ਚ ਪਾ ਦਿੰਦੇ। ਯਾਨੀ ਕਿ ਇਹੀ ਚੀਜ਼ਾਂ ਫੜਨੀਆਂ ਔਖਾ ਹੁੰਦੀਆਂ। ਮੈਂ ਹੁਣ ਯੁਗਾਂਡਾ ਤੇ ਕਵਿਤਾ ਲਿਖਦਾ, ਮੇਰਾ ਵਿਦਆਊਟ ਅਨੁਭਵ ਹੈ ਨਹੀਂ ਕਿ ਉੱਥੇ ਕੀ ਹੋਈ ਜਾਂਦਾ, ਉਹ ਐਂ ਲੱਗਦਾ ਕਿ ਯਾਰ ਵੀ ਨਕਲੀ ਜੀ ਕਵਿਤਾ ਹੈ। ਅਸਲੀ ਕਵਿਤਾ ਕੀ ਹੁੰਦੀ ਹੈ? 2.5 ਸਾਲਾਂ ਦੀ ਬੇਟੀ ਮੇਰੀ ਅਕਸਰ ਲਫ਼ਜ਼ਾਂ ਨੂੰ ਇੰਝ ਵਰਦੀ ਹੈ, ਪਾਪਾ ਮੇਰੇ ਵਾਲ ਜੋੜ ਦਿਓ, ਪਾਪਾ ਮੈਨੂੰ ਕੇਲਾ ਖੋਲ ਕੇ ਦੇ ਦਿਓ। ਮੈਂ ਉਸ ਵਰਗਾ ਮਾਸੂਮ ਸੱਚਾ ਨਹੀਂ ਬਣ ਸਕਦਾ, ਮੈਂ ਵਾਲਾਂ ਨੂੰ ਬੰਨ੍ਹ ਦਿੰਦਾ ਹਾਂ ਤੇ ਕੇਲਾ ਛਿਲ ਦਿੰਦਾ। ਦੇਖੋ ਇੱਕ ਮਾਸੂਮ ਬੱਚਾ ਕਿੰਨਾ ਖੂਬਸੂਰਤ ਸ਼ਬਦਾਂ ਨੂੰ ਵਰਤ ਰਿਹਾ ਹੈਗਾ ਤੇ ਅਸੀਂ ਕਿੰਨੇ ਕਰੂਅਲ ਆ ਹਨਾ, ਅਸੀਂ ਸ਼ਬਦਾਂ ਨੂੰ ਕਿਸ ਤਰ੍ਹਾਂ ਯਾਨੀ ਕਿ ਵਰਤਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਸਾਹਿਤਿਕ ਤੰਦਾਂ ਲੈ ਕੇ ਹਾਜ਼ਰ ਹਾਂ ਮੈਂ ਆਦਬ। ਆਸ ਕਰਦਾ ਤੁਸੀਂ ਠੀਕ ਠਾਕ ਹੋਵੋਗੇ, ਜ਼ਿੰਦਗੀ ਦੇ ਹਰ ਰੰਗ ਨੂੰ ਮਾਣ ਰਹੇ ਹੋਵੋਗੇ। ਮਾਨਣਾ ਹੀ ਜ਼ਿੰਦਗੀ ਦਾ ਨਾਮ ਹੈ। ਜ਼ਿੰਦਗੀ ਦੇ ਵਿੱਚ ਜਿਹੜਾ ਹੁਸਨ ਆ ਨਾ, ਉਹਨੂੰ ਜੇ ਮਹਿਸੂਸ ਕਰਨਾ ਨਾ ਤਾਂ ਤੁਸੀਂ ਸਾਹਿਤ ਦੇ ਥੋੜ੍ਹਾ ਜਿਹਾ ਨੇੜੇ ਹੋ ਨਾ, ਤਾਂ ਸਾਹਿਤ ਤੁਹਾਨੂੰ ਬੜਾ ਕੁਝ ਵਿਲੱਖਣ ਜਾਂ ਉਹਦਾ ਨਜ਼ਰੀਏ ਬਦਲ ਜਾਂਦਾ ਤੁਹਾਡਾ ਵੇਖਣ ਦਾ। ਜ਼ਿੰਦਗੀ ਨੂੰ, ਜ਼ਿੰਦਗੀ ਦੀਆਂ ਪਰਤਾਂ ਨੂੰ, ਤਹਿਾਂ ਨੂੰ ਜਦੋਂ ਖੋਲੋਗੇ, ਫਰੋਲੋਗੇ, ਵੇਖੋਗੇ, ਹੋਰਾਂ ਦੇ ਅਹਿਸਾਸ ਵੀ ਪੜ੍ਹੋਗੇ ਮਾफ़ ਕਰਨਾ, ਹੋਰਾਂ ਦੇ ਅਹਿਸਾਸ ਵੀ ਪੜ੍ਹੋਗੇ ਤਾਂ ਤੁਹਾਡੇ ਅਹਿਸਾਸ ਹੋਰ ਡੂੰਘੇ ਗੂੜੇ ਹੁੰਦੇ ਜਾਣਗੇ। ਸਾਹਿਤ ਦੀ ਤੰਦ ਪਾਉਣ ਵਾਸਤੇ ਤੁਹਾਡੇ ਨਾਲ ਮੈਂ ਆਇਆ ਹੋਇਆ। ਸਾਹਿਤ, ਮਾਂ ਬੋਲੀ ਨਾਲ ਪਿਆਰ ਕਰਨ ਵਾਲਿਆਂ ਨੂੰ ਸੱਚੀ ਦਿਲੋਂ ਸਲਾਮ ਆ, ਜੋ ਮਾਂ ਬੋਲੀ ਦਾ ਤਿਆਉ ਕਰਦੇ ਨੇ, ਮੋਹ ਕਰਦੇ ਨੇ, ਅਤੇ ਉਹਦਾ ਮੋਹ ਕਰਨ ਵਾਲੇ ਸਾਹਿਤਕਾਰ ਮੇਰੇ ਨਾਲ ਅਕਸਰ ਜੁੜਦੇ ਨੇ। ਅੱਜ ਜਿਹੜਾ ਸਾਹਿਤਕਾਰ ਸਾਡੇ ਕੋਲੇ ਆਇਆ, ਉਹਦੀਆਂ ਕਿਤਾਬਾਂ ਬੜੀਆਂ ਪਿਆਰੀਆਂ ਨੇ। ਉਹ ਬਹੁਤ ਵਧੀਆ ਕਹਿ ਲਓ ਵੀ ਸਪੋਰਟਸਮੈਨ ਵੀ ਰਿਹਾ, ਬੜੀ ਨਿੱਕੀ ਉਮਰ 'ਚ ਅਤੇ ਬੜੇ ਥੋੜ੍ਹੇ ਸਮੇਂ ਦੇ ਵਿੱਚ ਜਦੋਂ ਉਹ ਸਾਹਿਤ ਵਾਲੇ ਪਾਸੇ ਔਲਿਆ ਤਾਂ ਉਹਨੇ 11 ਕਿਤਾਬਾਂ ਪਾਠਕਾਂ ਦੀ ਝੋਲੀ 'ਚ ਹੁਣ ਤੱਕ ਪਾ ਦਿੱਤੀਆਂ, 2014 ਤੋਂ ਲੈ ਕੇ 2023 ਤੱਕ, ਹੁਣ ਤੱਕ, ਜਿਹਦੇ ਵਿੱਚੋਂ 4 ਕਿਤਾਬਾਂ ਉਹਨਾਂ ਦੀਆਂ ਮੌਲਿਕ ਨੇ ਅਤੇ ਬਾਕੀ ਜਿਹੜੀਆਂ ਕਿਤਾਬਾਂ ਨੇ ਉਹ ਸੰਪਾਦਿਤ ਨੇ। ਸੰਪਾਦਨਾ ਦਾ ਕੰਮ ਵੀ ਬੜਾ ਕਹਿ ਲਓ ਵੀ ਹੁਨਰ ਵਾਲਾ ਕੰਮ ਹੀ ਹੁੰਦਾ। ਹਰ ਕੋਈ ਕਿਤਾਬਾਂ ਨੂੰ ਅਨੁਵਾਦ ਕਰਨਾ, ਉਹਨੂੰ ਸੰਪਾਦ ਕਰਨਾ, ਆਪਦੇ ਕਹਿ ਲਓ ਵੀ ਮਿਹਨਤ ਨਾਲ ਉਹਨੂੰ ਸਜਾ ਕੇ, ਉਹਨੂੰ ਬਣਾ ਕੇ, ਤਿਆਰ ਕਰਕੇ ਪਾਠਕਾਂ ਤੱਕ ਪਹੁੰਚਾਉਣੀ ਚੀਜ਼। ਪਹਿਲਾਂ ਇਹ ਕੰਮ ਵੀ ਇੱਕ ਮਿਹਨਤ ਵਾਲਾ ਕੰਮ ਆ, ਅਨੁਵਾਦ ਦਾ ਕੰਮ, ਫਿਰ ਉਹਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਕੰਮ। ਬੜਾ ਕੁਝ ਆ ਉਹਦੇ ਬਾਰੇ ਦੱਸਣ ਲਈ, ਬੜਾ ਕੁਝ ਆ ਉਹਦੇ ਬਾਰੇ ਜਾਣਨ ਲਈ, ਉਹਦੀ ਸਿਰਜਣਾ ਬਾਰੇ ਵੀ ਗੱਲਬਾਤ ਕਰਾਂਗੇ। ਜਗਦੀਪ ਸਿੱਧੂ ਇੱਕ ਤਾਂ ਪੰਜਾਬੀ ਫਿਲਮਾਂ ਵਾਲਾ, ਅਤੇ ਪਰ ਇਹ ਪੰਜਾਬੀ ਸਾਹਿਤ ਵਾਲਾ ਜਗਦੀਪ ਸਿੱਧੂ ਆ। ਮੈਂ ਤੁਹਾਨੂੰ ਨਾਮ ਦੱਸਤਾ, ਜਿਹੜਾ ਲਿਖਦਾ ਹੈ ਕਿਤਾਬ ਇਉਂ ਵੀ ਵੇਖਣਾ ਹੈ। ਉਹਦੀ ਧੀ 'ਤੇ ਲਿਖੀ ਹੋਈ ਕਵਿਤਾ, ਬੜੀਆਂ ਸੋਹਣੀਆਂ ਕਵਿਤਾਵਾਂ ਲਿਖੀਆਂ ਨੇ। ਜਦੋਂ ਪੱਗ 'ਤੇ ਲਿਖਦਾ ਕਵਿਤਾ ਤਾਂ ਉਹ ਵੀ ਬੜੀ ਸੋਹਣੀ ਲਿਖਦਾ। ਪਿਛਲੀ ਕਿਤਾਬ ਜਿਹੜੀ ਉਹਦੀ ਹੁਣ ਆਈ ਆ, ਪੌੜੀਆਂ ਉੱਤਰਦੀ ਛਾਂ, ਇਹ ਵੀ ਜਾਣਾਂਗੇ ਵੀ ਕਿਹੜੀਆਂ ਪੌੜੀਆਂ ਤੋਂ ਉੱਤਰ ਕੇ ਛਾਂ ਆਈ ਆ, ਅਤੇ ਇਹਦੀ ਵੀ ਬਹੁਤ ਚੁੰਝ ਚਰਚਾ ਛਿੜੀ ਆ। ਬੜੀ ਲੋਕਾਂ ਨੇ ਇਸ ਨੂੰ ਪਿਆਰ ਕੀਤਾ, ਬੜੇ ਥਾਵਾਂ 'ਤੇ ਕੋਟ ਹੁੰਦੀ ਹੈ ਇਹ ਕਿਤਾਬ। ਇਸ ਤੋਂ ਇਲਾਵਾ ਹੋਰ ਬੜੀਆਂ ਕਿਤਾਬਾਂ ਨੇ। ਸਮੁੰਦਰ 'ਤੇ ਹੋ ਰਹੀ ਬਾਰਿਸ਼, ਇਹਦਾ ਅਨੁਵਾਦ ਕੀਤਾ, ਕੁਝ ਪਿਆਰੇ ਕੁਝ ਨਿਆਰੇ, ਇਹ ਵੀ ਇਹਨਾਂ ਦੀ ਕਿਤਾਬ ਆ। ਇਸ ਤੋਂ ਇਲਾਵਾ ਇਉਂ ਵੀ ਦੇਖਣਾ ਹੈ, ਆਸਮਾਨ ਨੂੰ ਸੂਰਜ ਯਾਦ ਨਹੀਂ, ਬੜਾ ਕੁਝ ਆ। ਸੋ ਇਹ ਤਾਂ ਮੈਂ ਸਾਰਾ ਕੁਝ ਦੱਸਤਾ ਉਹਨਾਂ ਬਾਰੇ। ਹੁਣ ਉਹਨਾਂ ਦਾ ਸਵਾਗਤ ਵੀ ਕਰ ਲੈਂਦੇ ਆ। ਜਗਦੀਪ ਸਿੱਧੂ ਜੀ, ਸਵਾਗਤ ਆ ਤੁਹਾਡਾ ਜੱਸ ਦੇ ਵਿਹੜੇ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਜਗਦੀਪ ਜੀ, ਮੈਂ ਨਾ ਦੱਸਤਾ, ਕਾਫੀ ਚੀਜ਼ਾਂ ਦਾ ਦੱਸਤੀਆਂ ਜਿੰਨਾ ਕਿ ਮੇਰੇ ਧਿਆਨ 'ਚ, ਜ਼ਿਹਨ ਦੇ ਵਿੱਚ ਸੀਗਾ ਕਵਰ ਕਰਨ ਵਾਸਤੇ, ਤੁਹਾਡੇ ਬਾਰੇ, ਤੁਹਾਡੀ ਸ਼ਖਸੀਅਤ ਬਾਰੇ। ਪਰ ਬੜੇ ਪੱਖ ਆ ਜਿਹੜੇ ਉਹਲੇ ਰਹਿ ਜਾਂਦੇ ਆ, ਬੜੇ ਪੱਖ ਆ। ਇਹ ਤਾਂ ਸਾਹਮਣੇ ਦਿਸਦਾ ਜਿਹੜਾ ਮੈਨੂੰ ਦਿਸ ਰਿਹਾ ਜਗਦੀਪ ਸਿੱਧੂ, ਹੈ ਨਾ, ਪਰ ਮੈਂ ਤੁਹਾਡੇ ਮੂੰਹੋਂ ਜਾਣਨਾ ਚਾਹੁੰਦਾ ਜਗਦੀਪ ਸਿੱਧੂ ਕੌਣ ਆ? ਜਗਦੀਪ ਸਿੱਧੂ, ਮੈਂ ਖੁਦ ਨੂੰ ਤਲਾਸ਼ ਰਿਹਾ ਕਵਿਤਾ 'ਚ ਵੀ ਮੈਂ ਕੌਣ ਆ। ਪੜ੍ਹਦਾ, ਦੁਨੀਆ ਨੂੰ ਦੇਖਦਾ, ਜਦੋਂ ਉਹਨਾਂ ਦੇ ਲੋਕਾਂ ਦੀ ਦੁਨੀਆ ਨੂੰ ਗੌਰ ਨਾਲ ਦੇਖਦਾ ਤਾਂ ਉਹਨਾਂ 'ਚ ਮੇਰੀ ਆਪਣੀ ਤਲਾਸ਼ ਛੁਪੀ ਹੋਈ ਹੈ। ਜੇ ਤੂੰ ਦੁਨਿਆਵੀ ਤੌਰ 'ਤੇ ਦੇਖੋ ਤਾਂ ਮੈਂ ਫੁੱਟਬਾਲ ਖੇਡਦਾ, ਛੋਟੀ ਜਿਹੀ ਉਮਰ 'ਚ ਫੁੱਟਬਾਲ ਖੇਡਣ ਲੱਗ ਗਿਆ ਸੀਗਾ, ਹੈ ਨਾ। ਫਿਰ ਉੱਥੇ ਦਸ਼ਮੇਸ਼ ਪਬਲਿਕ ਸਕੂਲ ਮਾਨਸਾ 'ਚ ਮੈਂ ਪੜ੍ਹਿਆ, ਅਤੇ ਫਿਰ ਉਸ ਤੋਂ ਬਾਅਦ ਮੈਂ ਚੰਡੀਗੜ੍ਹ DAV ਸਕੂਲ 'ਚ 1 ਸਾਲ ਲਗਾਇਆ ਇੱਥੇ। ਫਿਰ ਮੈਂ ਸਪੋਰਟਸ ਵਿੰਗ ਮਾਲਪੁਰ, ਫੁੱਟਬਾਲ ਦੀ ਬਹੁਤ ਵੱਡੀ ਨਰਸਰੀ ਹੈ ਹਿੰਦੁਸਤਾਨ ਦੀ, ਉੱਥੇ ਫਿਰ ਮੈਂ ਯਾਨੀ ਕਿ 2 ਸਾਲ ਉੱਥੇ ਮੈਂ ਫੁੱਟਬਾਲ ਖੇਡਿਆ, ਨੈਸ਼ਨਲ ਲੈਵਲ ਤੱਕ ਖੇਡਿਆ, ਅਤੇ ਨੈਸ਼ਨਲ ਮੈਡਲਿਸਟ ਵੀ ਰਿਹਾ। ਅਤੇ ਫਿਰ ਉਸ ਤੋਂ ਬਾਅਦ ਸਪੋਰਟਸ ਸਕੂਲ ਜਲੰਧਰ, ਸਪੋਰਟਸ ਕਾਲਜ ਜਲੰਧਰ, ਉੱਥੇ ਤੱਕ ਖੇਡਿਆ ਜੀ। ਉਸ ਤੋਂ ਬਾਅਦ ਫਿਰ ਮੈਂ ਕਲੱਬਸ ਹੁੰਦੇ ਨੇ ਅੱਗੇ, ਜੈਂਪ ਆਫ ਗੋਆ ਵਗੈਰਾ, ਹੈ ਨਾ, ਅਤੇ ਉੱਥੇ ਵੀ ਮੈਂ ਫੁੱਟਬਾਲ, ਪ੍ਰੋਫੈਸ਼ਨਲੀ ਫੁੱਟਬਾਲ ਉੱਥੇ ਮੈਂ ਖੇਡਿਆ। ਅੱਛਾ, ਇਹ ਜਿਹੜਾ ਇਹ ਖਿਡਾਰੀ ਸੀਗਾ ਜਿਹੜਾ ਮੁੰਡਾ, ਹੈ ਨਾ, ਉਹ ਫਿਰ ਸਾਹਿਤ ਵਾਲੇ ਪਾਸੇ ਕਿਵੇਂ ਆਇਆ?
ਸਾਹਿਤ ਦੀ ਐਕਚੁਅਲੀ ਮੈਨੂੰ ਨਾ ਪੜ੍ਹਨ ਦਾ ਸ਼ੌਕ ਹੁੰਦਾ ਸੀ ਜਦੋਂ ਮੈਂ ਖੇਡਦਾ ਹੁੰਦਾ ਸੀ, ਕਿਉਂਕਿ ਮਾਨਸਾ ਜਿਹੜਾ ਇਲਾਕਾ ਨਾ ਜੀ ਉਹ ਬਹੁਤ ਯਾਨੀ ਕਿ ਇਨਕਲਾਬੀ ਇਲਾਕਾ ਤੁਸੀਂ ਕਹਿ ਸਕਦੇ ਹੋ। ਉੱਥੇ ਯਾਨੀ ਕਿ ਉਸ ਤਰ੍ਹਾਂ ਦਾ ਸੀਗਾ ਮਾਹੌਲ ਬਰਨਾਲਾ ਮਾਨਸਾ ਬਠਿੰਡਾ ਅੱਗੇ ਇਹ ਸਾਰਾ ਮਾਲਵਾ ਤੁਸੀਂ ਹੁਣ ਵੀ ਦੇਖੋਗੇ ਹਜੇ ਵੀ ਉੱਥੇ ਸਾਰਿਆਂ ਨਾਲੋਂ ਵੱਧ ਕਿਤਾਬਾਂ ਲੋਕ ਪੜ੍ਹਦੇ ਨੇ। ਜਦੋਂ ਪੁਸਤਕ ਮੇਲੇ ਲੱਗਦੇ ਆ ਤਾਂ ਲੱਖਾਂ ਦੀ ਤਾਦਾਦ ਵਿੱਚ ਉੱਥੇ ਕਿਤਾਬਾਂ ਯਾਨੀ ਕਿ ਦੀ ਵਿਕਰੀ ਹੁੰਦੀ ਆ। ਤੇ ਮੇਰਾ ਦੋਸਤ ਹੁੰਦਾ ਸੀ ਕਾਕਾ ਕੌਤਕੀ, ਜਿਹੜਾ ਫਿਲਮੀ ਕਲਾਕਾਰ ਸੀ, ਪਿੱਛੇ ਜੇ ਉਹਨਾਂ ਦੀ ਡੈਥ ਹੋ ਗਈ ਹੈ। ਅਸੀਂ ਪੰਖੜੀਆਂ ਪ੍ਰਾਇਮਰੀ ਸਿੱਖਿਆ ਜੀ, ਉਹ ਇੱਕ ਪੰਜਾਬ ਯਾਨੀ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਰਸਾਲੇ ਹੁੰਦੇ ਸੀ, ਉਹ ਪੜ੍ਹਦੇ ਹੁੰਦੇ ਸੀ, ਛੋਟੀ ਛੋਟੀਆਂ ਕਵਿਤਾਵਾਂ ਹਨਾ। ਫਿਰ ਵਿੱਚੋਂ ਖੇਡਣ ਲੱਗ ਗਏ, ਫਿਰ ਉਸ ਤੋਂ ਬਾਅਦ ਮੈਂ ਬਾਹਰ ਚਲਾ ਗਿਆ, ਫਿਰ ਬੜਾ ਗੈਪ ਪੈ ਗਿਆ ਹਨਾ ਜੀ। ਜਦੋਂ ਫਿਰ ਮੇਰੀ ਫੁੱਟਬਾਲ ਯਾਨੀ ਕਿ ਖੇਡਣ ਦੀ ਇੱਕ ਸਮਾਂ ਹੁੰਦਾ ਤੁਹਾਡਾ ਹਨਾ, ਉਹ ਮੈਥੋਂ ਛੁੱਟਿਆ। ਯਾਨੀ ਕਿ ਫਿਰ ਮੈਂ ਆਪਦਿਆਂ ਨੂੰ ਡਾਈਵਰਟ ਕਰਨ ਵਾਸਤੇ ਯਾਨੀ ਕਿ ਆਪਣੇ ਆਪ ਨੂੰ ਜਸਟੀਫਾਈਡ ਕਰਨ ਵਾਸਤੇ ਮੈਂ ਫਿਰ ਤੋਂ ਸ਼ੁਰੂ ਕੀਤਾ ਕਿ ਯਾਰ ਕੁਝ ਪੜ੍ਹਿਆ ਜਾਵੇ, ਕੁਝ ਜਾਣਿਆ ਜਾਵੇ ਹਨਾ। ਲਲਕ ਹਮੇਸ਼ਾ ਤੋਂ ਹੁੰਦੀ ਸੀਗੀ ਕਿ ਕੁਝ ਯਾਨੀ ਕਿ ਕੁਝ ਜਾਣਿਆ ਜਾਵੇ ਦੁਨੀਆ ਬਾਰੇ ਹਨਾ, ਆਪਣੇ ਬਾਰੇ, ਦੁਨੀਆ ਬਾਰੇ। ਆਪਣੇ ਬਾਰੇ ਵੀ ਆਪਾਂ ਤਾਂ ਹੀ ਜਾਣਦੇ ਹਾਂ ਕਿ ਆਪਾਂ ਇਹ ਦੁਨੀਆ ਬਾਰੇ ਆਪਾਂ ਕਿੱਥੇ ਖੜੇ ਹਾਂ, ਕਿੱਥੇ ਸਟੈਂਡ ਕਰਦੇ ਹਾਂ। ਤੇ ਫਿਰ ਮੈਨੂੰ ਪੜ੍ਹਨ ਦਾ ਸ਼ੌਕ ਪਿਆ ਹਨਾ। ਪਹਿਲਾਂ ਮੈਂ ਪੜ੍ਹਦਾ ਰਿਹਾ, ਉਰਦੂ ਸ਼ਾਇਰੀ ਬੜੀ ਅੱਛੀ ਪੜ੍ਹੀ, ਜਾਣੀ ਕਿ ਪੰਜਾਬੀ ਲਿਟਰੇਚਰ, ਵਰਲਡ ਲਿਟਰੇਚਰ ਮੈਂ ਬੜਾ ਪੜ੍ਹਿਆ। ਫਿਰ ਜਦੋਂ ਇੱਕ ਅੱਧੀ ਵਾਰ ਮੈਂ ਲਿਖਿਆ ਕੁਛ ਮਾੜੀ ਮੋਟੀ ਕਵਿਤਾ, ਗਜ਼ਲ ਲਿਖੀ। ਗਜ਼ਲ ਤਾਂ ਮੈਂ ਥੋੜ੍ਹਾ ਟਾਈਮ ਲਿਖੀ, ਬਾਅਦ 'ਚ ਫਿਰ ਲੋਕ ਕਹਿੰਦੇ ਕਿ ਮੈਂ ਇੱਕ ਦੋ ਕਵਿਤਾਵਾਂ ਲਿਖੀਆਂ ਕਿਤੇ। ਸੁਖਵਿੰਦਰ ਆਪਣੇ ਵਧੀਆ ਸ਼ਾਇਰਾਂ ਨੇ ਹਨਾ, ਤੇ ਉਹਨਾਂ ਨੇ ਇੱਕ ਕਿਤਾਬ ਐਡਿਟ, ਮੇਰੇ ਬੜੇ ਕਲੋਜ਼ ਰਹੇ ਨੇ, ਉਹਨਾਂ ਨੇ ਕਿਤਾਬ ਐਡਿਟ ਕਰਨੀ ਸੀਗੀ ਆਪਣੀ ਕਵਿਤਾਵਾਂ ਦੇ ਰਿਸ਼ਤਿਆਂ ਦੀ ਰੰਗੋਲੀ, ਰਿਸ਼ਤਿਆਂ ਦੀ ਕਵਿਤਾਵਾਂ ਲਿਖਣੀਆਂ ਸੀਗੀਆਂ। ਕਹਿੰਦੇ ਵੀ ਜਗਦੀਪ ਤੂੰ ਕਵਿਤਾਵਾਂ ਲਿਖਦਾ? ਮੈਂ ਕਿਹਾ ਮੈਂ ਕਵਿਤਾ ਲਿਖੀ ਤਾਂ ਹੈ ਨਹੀਂ ਗੀ ਕਿਤੇ, ਵੀ ਚਲੋ ਦੇਖ ਲੈਂਦੇ ਹਾਂ। ਤੇ ਫਿਰ ਮੈਂ ਉਹਨਾਂ ਨੂੰ ਮਾਂ ਤੇ ਧੀ ਬਾਰੇ 2 ਕਵਿਤਾਵਾਂ ਲਿਖ ਕੇ ਦਿੱਤੀਆਂ, ਤੇ ਉਹ ਕਵਿਤਾ ਕਹਿੰਦੀ ਇਹ ਤਾਂ ਬਹੁਤ ਅੱਛੀ ਹੈ। ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਕਿ ਯਾਰ ਮੈਂ ਵੀ ਫਿਰ ਕਵਿਤਾ ਲਿਖ ਸਕਦਾ, ਕੌਨਫੀਡੈਂਸ ਆ ਜਾਂਦਾ। ਤੇ ਫਿਰ ਉਸ ਤੋਂ ਬਾਅਦ ਚਲੋ ਮੈਂ 4-5 ਮਹੀਨਿਆਂ 'ਚ ਕਿੰਨੀਆਂ ਕਵਿਤਾਵਾਂ ਲਿਖਤੀਆਂ। ਤੇ ਇਹ 2013-14 ਦੀ ਗੱਲ ਹੈ। ਇਹ ਜਿਹੜੀ ਲਗਾਤਾਰਤਾ ਜਾਂ ਕਹੋ ਲਿਖਣ ਵਾਲੀ 4-5 ਮਹੀਨਿਆਂ ਚੰਨੀਆਂ ਲਿਖਤੀਆਂ, ਇਹ ਤੁਸੀਂ ਸਪੋਰਟਸਮੈਨ ਰਹੇ ਹੋ ਤਾਂ ਕਰਕੇ ਇੰਨੀ ਮਤਲਬ ਵੀ ਤੇਜ਼ੀ ਨਾਲ ਪੜ੍ਹਨ ਦਾ ਤੁਹਾਡੇ ਅੰਦਰ ਪਹਿਲਾਂ ਹੀ ਹੁੰਦਾ ਹੈ, ਤੁਹਾਡੇ ਅੰਦਰ ਹਨਾ। ਫਿਰ ਜੋ ਤੁਹਾਨੂੰ ਇੱਕ ਪ੍ਰਮਾਣਿਕਤਾ ਮਿਲ ਜਾਂਦੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਹਾਨੂੰ ਕਹਿੰਦਾ ਕਿ ਤੂੰ ਇਹ ਕੰਮ ਕਰ ਸਕਦਾ ਹੈ ਹਨਾ। ਤੇ ਜੇ ਹੁਣ ਮੈਂ ਕਹਿੰਦਾ ਵੀ ਤੁਹਾਡੀ ਸ਼ਰਟ ਬਹੁਤ ਅੱਛੀ ਹੈ, ਤਾਂ ਤੁਸੀਂ ਫਿਰ ਦੂਸਰੇ ਦਿਨ ਵੀ ਉਹ ਲੱਗਦਾ ਕਿ ਉਹ ਜੀ ਵੀ ਆਪਾਂ ਕੁਝ ਹੋਰ ਵਧੀਆ ਉਦਾਂ ਦਾ ਪਾਈਏ, ਦੁਬਾਰਾ ਨੋਟ ਕਰਨਾ। ਤੇ ਫਿਰ ਮੈਂ ਉਹ ਸ਼ੁਰੂ ਕੀਤੀਆਂ, ਮੈਗਜ਼ੀਨਾਂ 'ਚ ਭੇਜੀਆਂ, ਉੱਥੇ ਵੀ ਥੋੜੀ ਵਾਹਵਾਹੀ ਮਿਲੀ, ਸ਼ਾਬਾਸ਼ ਮਿਲ ਗਈ। ਤੇ ਫਿਰ ਇਸ ਤਰ੍ਹਾਂ 2014 'ਚ ਮੇਰੀ ਕਿਤਾਬ ਜਾਣ ਦੇ ਮੈਨੂੰ ਪ੍ਰਕਾਸ਼ਿਤ ਹੁੰਦੀ ਹੈ। ਅੱਛਾ, ਜਿਹੜਾ ਜਾਣ ਦੇ ਮੈਨੂੰ ਤੁਸੀਂ ਕਿਹਾ, ਇਹ ਕਿਹਨੂੰ ਕਿਹਾ ਜਾਂ ਕਿਸੇ ਨੇ ਤੁਹਾਨੂੰ ਕਿਹਾ ਵੀ ਜਾਣ ਦੇ ਮੈਨੂੰ? ਜਾਣ ਦੇ ਮੈਨੂੰ ਇੱਕ ਅਨਸੈਡ ਭਾਵ ਹੈ ਕਿ ਤੁਸੀਂ ਇੱਕ ਜਗ੍ਹਾ ਤੋਂ ਜਾਣੇ ਵੀ ਹੋ, ਤੁਸੀਂ ਜਾਣੇ ਵੀ ਹੋ ਤੇ ਕਿਤੇ ਪਹੁੰਚ ਵੀ ਰਹੇ ਹੁੰਦੇ ਹੋ ਹਨਾ। ਮੈਨੂੰ ਇਹ ਲੱਗਦਾ ਕਿ ਮੇਰਾ ਸਹਿਜ ਵੀ ਮੈਨੂੰ ਲੱਗਦਾ ਸੀ ਕਿ ਹੁਣ ਵੀ ਮੈਂ ਕਿਤੇ ਪਹੁੰਚ ਰਿਹਾ, ਕਿਤੇ ਜਾ ਰਿਹਾ। ਮੈਨੂੰ ਲੱਗਦਾ ਕਿ ਉਹ ਅੱਛਾ ਕਿਤੇ ਜਾ ਰਹੇ ਸੀ ਤੇ ਤੁਹਾਨੂੰ ਕੋਈ ਮੈਨੂੰ ਲੱਗਦਾ ਫੜ ਰਿਹਾ ਸੀ ਜਾਂ ਬਣ ਰਿਹਾ ਸੀ, ਉਹ ਕੀ ਚੀਜ਼ ਸੀ ਜਿਹਨੂੰ ਕਿਹਾ ਤੁਸੀਂ ਮੈਨੂੰ ਜਾਣਦੇ? ਬਸ ਇੱਕ ਅਵਚੇਤਨ ਤੁਹਾਡੇ ਇੱਕ ਸ਼ਬਦ ਹੁੰਦਾ ਹਨਾ, ਵੀ ਆ ਜਾਂਦਾ ਕਿ ਤੁਸੀਂ ਜਾ ਰਹੇ ਹੋ ਕਿਤੇ। ਮੈਨੂੰ ਐਂ ਲੱਗਦਾ ਕਿ ਮੈਂ ਕਿਤੇ ਜਾ ਨਹੀਂ ਰਿਹਾ, ਕਿਤੇ ਮੈਂ ਪਹੁੰਚ ਵੀ ਰਿਹਾ। ਮੈਨੂੰ ਲੱਗਦਾ ਕਿ ਲਿਟਰੇਚਰ 'ਚ ਮੈਂ ਉਦੋਂ ਪਹੁੰਚ ਰਿਹਾ ਸੀ, ਮੇਰੀ ਗੱਲ ਤੁਰਨ ਲੱਗ ਗਈ ਸੀਗੀ। ਤੇ ਉਦੋਂ ਮੈਂ ਸਮਝਣਾ ਸ਼ੁਰੂ ਕੀਤਾ ਕਿ ਫਿਰ ਜਦੋਂ ਕਵਿਤਾ ਮੈਂ ਚਲੋ ਮੇਰੀ ਛਪ ਗਈ ਜਾਣ ਦੇ ਮੈਨੂੰ, ਤਾਂ ਮੈਨੂੰ ਲੱਗਿਆ ਕਿ ਯਾਰ ਇਹਨੂੰ ਹੋਰ ਵੀ ਬਹੁਤ ਅੱਛਾ ਯਾਨੀ ਕਿ ਲਿਖਿਆ ਜਾ ਸਕਦਾ, ਹੋਰ ਕਵਿਤਾ ਨੂੰ ਹੋਰ ਬਾਰੀਕੀ ਨਾਲ। ਤੁਹਾਨੂੰ ਨਾ ਕਿਸੇ ਨਾ ਚੀਜ਼ ਨੇ ਇੱਕ ਨਾ ਬੰਨਿਆ ਹੁੰਦਾ ਤੁਹਾਡੇ, ਇੱਕ ਨਾ ਆਸੇ ਪਾਸੇ ਨਾਲ ਤੁਸੀਂ ਜਿਹੜਾ ਜੁੜੇ ਹੁੰਦੇ, ਨਾਰਮਲ ਲਾਈਫ ਹੁੰਦੀ ਆ ਵੀ ਖਾ ਲਿਆ ਪੀ ਲਿਆ, ਇਹ ਕਰ ਲਿਆ ਉਹ ਕਰ ਲਿਆ, ਪਰ ਜਦੋਂ ਤੁਸੀਂ ਤੁਹਾਡੀ ਚੇਤਨਾ ਜਾਗਦੀ ਆ, ਫਿਰ ਤੁਸੀਂ ਕਹਿੰਦੇ ਵੀ ਇਹਨਾਂ ਨੂੰ ਇਹ ਜ਼ਿੰਦਗੀ ਨੂੰ ਛੱਡ ਮੈਂ ਹੋਰ ਸਾਹਿਤ ਵਾਲੇ ਪਾਸੇ ਜਾਣ ਦੇ, ਮੈਨੂੰ ਲੱਗ ਰਿਹਾ ਜਿਹੜਾ ਮੈਂ ਸੋਚ ਰਿਹਾ। ਹਾਂਜੀ, ਇਸ ਤਰ੍ਹਾਂ ਹੁੰਦਾ ਕਿ ਤੁਹਾਨੂੰ ਲੋਕ ਸ਼ਾਬਾਸ਼ ਦਿੰਦੇ ਆ ਕਿਸੇ ਪਾਸੇ, ਤੁਹਾਨੂੰ ਲੱਗਦਾ ਕਿ ਯਾਰ ਇਹ ਅੱਛੀ ਗੱਲ ਹੈ। ਉਹ ਸ਼ਾਬਾਸ਼ ਕਿਹਨੂੰ ਚੰਗੀ ਨਹੀਂ ਲੱਗਦੀ? ਤੁਹਾਨੂੰ ਕਹੇ ਕਿ ਯਾਰ ਤੂੰ ਬਹੁਤ ਸੋਹਣਾ ਲੱਗਦਾ ਹੈ ਨਾ, ਤੂੰ ਆਹ ਕੱਪੜੇ ਪਾਇਆ ਕਰ, ਤੇ ਤੂੰ ਐਵੇਂ ਆਹ ਚੀਜ਼ ਕਰਿਆ ਕਰ, ਤੁਹਾਨੂੰ ਲੱਗਦਾ ਆਟੋਮੈਟਿਕਲੀ ਹੈ ਨਾ। ਫਿਰ ਤੁਸੀਂ ਆਪਣੇ ਆਪ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦੇ ਹੋ। ਪਹਿਲੀ ਕੋਈ ਇਹੋ ਜਿਹੀ ਜਿਹੜੀ ਤੁਹਾਡੀ ਕਵਿਤਾ ਹੋਵੇ ਜਿਹਦੇ ਕਰਕੇ ਤੁਹਾਨੂੰ ਐਂ ਲੱਗੇ ਵੀ ਹਾਂ ਵੀ ਮੈਨੂੰ ਹੁਣ ਤਾਂ ਸਵੀਕਾਰ ਲਿਆ ਵੀ ਹਾਂ ਵੀ ਯਾਰ? ਐਕਚੁਅਲੀ ਮੇਰੀ ਨਾ ਇੱਕ ਹੁਣ ਮੈਂ ਜਿੰਨੀ ਕਿ ਯਾਦ ਆ ਮੈਂ ਤੁਹਾਨੂੰ ਸੁਣਾਊਂਗਾ। ਉਹ ਮੇਰੀ ਜਾਣ ਦੇ ਮੈਨੂੰ 'ਚ ਮੇਰੀ ਕਿਵੇਂ ਵੀ ਚੰਗਾ ਨਹੀਂ, ਬੜੀ ਪਪੂਲਰ ਹੋਈ ਸੀ ਮੇਰੀ ਕਵਿਤਾ ਇਹ ਕਿਵੇਂ ਵੀ ਚੰਗਾ, ਲੋਕਾਂ ਨੇ ਪੋਸਟਰ ਵੀ ਸਕੂਲਾਂ 'ਚ ਬਣਾ ਇਹ ਕਵਿਤਾ ਦੇ ਲਾਏ। ਇਹ ਕਿਵੇਂ ਵੀ ਚੰਗਾ ਨਹੀਂ, ਵਿੱਚੋਂ ਕੁਝ ਭੁੱਲ ਜਾਣਾ ਤਾਂ ਉਹ ਅਲੱਗ ਗੱਲ ਹੈ। ਉਸਨੇ ਖੁਦਕਸ਼ੀ ਬਾਰੇ ਸੋਚਿਆ, ਉਸਨੇ ਖੁਦਕਸ਼ੀ ਬਾਰੇ ਸੋਚਿਆ, ਛੱਤ ਤੋਂ ਡਿੱਗ ਕੇ ਮਰਨ ਬਾਰੇ ਸੋਚਿਆ। ਉਸਨੇ ਖੁਦਕਸ਼ੀ ਬਾਰੇ ਸੋਚਿਆ, ਛੱਤ ਤੋਂ ਡਿੱਗ ਕੇ ਮਰਨ ਬਾਰੇ ਸੋਚਿਆ। ਗਿਰਨਾ ਡਿੱਗਣਾ ਸ਼ਬਦ ਚੰਗਾ ਨਾ ਲੱਗਾ, ਗਿਰਾਵਟ ਜਿਹੀ ਮਹਿਸੂਸ ਹੋਈ। ਉਸਨੇ ਗੱਡੀ ਥੱਲੇ ਆਉਣ ਬਾਰੇ ਸੋਚਿਆ, ਐਵੇਂ ਥੱਲੇ ਲੱਗਣਾ, ਥੱਲੇ ਆਉਣਾ, ਇਹ ਸ਼ਬਦ ਉਸਦੇ ਸਵੈਮਾਨ ਨੂੰ ਜਚੇ ਨਾ। ਉਸਨੇ ਡੁੱਬ ਕੇ ਮਰਨ ਬਾਰੇ ਸੋਚਿਆ, ਡੁੱਬ ਕੇ ਮਰਨਾ,
ਉਸਨੂੰ ਸ਼ਰਮ ਨਾਲ ਸੰਬੰਧਿਤ ਲੱਗਾ। ਫਾਹਾ ਲੈ ਕੇ ਮਰਨਾ ਅਪਰਾਧਿਕ ਜਿਹਾ ਲੱਗਾ, ਫਾਹਾ ਲੈ ਕੇ ਮਰਨਾ ਅਪਰਾਧਿਕ ਜਿਹਾ ਲੱਗਾ। ਕੁਝ ਖਾ ਕੇ ਮਰਨਾ ਨਹੀਂ, ਖਾ ਕੇ ਤਾਂ ਜੀਣਾ ਹੁੰਦਾ ਹੈ। ਹਾਏ, ਕੁਝ ਖਾ ਕੇ ਮਰਨਾ ਨਹੀਂ, ਖਾ ਕੇ ਤਾਂ ਜੀਣਾ ਹੁੰਦਾ ਹੈ। ਹੁੰਦਾ ਹੈ। ਇਹ ਵੀ ਖਾਣ ਦੇ ਪਾਨ ਜਿਹਾ ਲੱਗਾ, ਇਹ ਕਿਵੇਂ ਵੀ ਚੰਗਾ ਨਹੀਂ। ਉਸਨੇ ਸਿਰ ਉੱਚਾ ਕੀਤਾ ਤੇ ਜਿਉਣ ਲੱਗਿਆ। ਵਾਹ, ਬਹੁਤ ਹੀ ਖੂਬਸੂਰਤ ਬਿੰਬ ਸਿਰਜਿਆ। ਜੇ ਕੋਈ ਮਨ ਦੇ ਵਿੱਚ ਕੋਈ ਮਾੜਾ ਸਮਾਂ ਵੀ ਆਉਂਦਾ ਬੰਦੇ ਦੇ ਨਾਲ ਤਾਂ ਉਹਨੂੰ ਬੜਾ ਵਧੀਆ ਪੋਜ਼ਿਟਿਵ ਪੱਖ ਵਿਖਾਉਂਦੀ ਹੈ ਇਹ ਤੁਹਾਡੀ ਕਵਿਤਾ। ਬਹੁਤ ਸੋਹਣੀ ਕਵਿਤਾ। ਪਹਿਲੀ ਉਹ ਕਵਿਤਾ ਸੁਣਾਈ ਆ ਤੁਸੀਂ ਵੀ ਇਹ ਕਿਵੇਂ ਵੀ ਚੰਗਾ ਨਹੀਂ, ਜਿਹੜੀ ਬੜੀ ਪੋਜ਼ਿਟਿਵ ਆ। ਕੋਈ ਮਾੜਾ ਖਿਆਲ ਆਉਂਦਾ, ਕੋਈ ਕਿਸੇ ਦੇ ਸੁਸਾਈਡ ਦਾ ਜਾਂ ਡਿਪਰੈਸ਼ਨ ਕਰਕੇ, ਅੱਜ ਕੱਲ੍ਹ ਤਾਂ ਬੜਾ ਚੱਲ ਰਿਹਾ, ਇਹ ਚੀਜ਼ਾਂ ਚੱਲ ਰਹੀਆਂ ਨੇ, ਪਰ ਉਹਨੂੰ ਕਹਿ ਲਓ ਵੀ ਬੜਾ ਪੋਜ਼ਿਟਿਵ ਕਹਿ ਲਓ ਵੀ ਪੁਸ਼ ਕਰਦੀ ਹੈ ਇਹ ਕਵਿਤਾ। ਕਦੋਂ ਲਿਖੀ ਸੀ ਇਹ ਕਵਿਤਾ ਦੀ ਬਾਤ? ਇਹ 2014 ਚ ਹੀ, ਇਹ 2013 ਦੇ ਲਾਸਟ ਸਟੇਜ ਸ਼ਾਇਦ ਮੈਂ ਇਹ ਕਵਿਤਾ ਲਿਖੀ ਸੀਗੀ। ਫਿਰ 2014 ਚ ਮੇਰੀ ਕਿਤਾਬ ਆਈ ਸੀ, ਉਹ ਚ ਕਵਿਤਾ ਸੀਗੀ ਇਹ। ਮੈਂ ਨਾ ਇੱਕ ਗੱਲ ਪਰਸਨਲੀ, ਮੇਰਾ ਪਰਸਨਲ ਤਜਰਬਾ ਹੈਗਾ। ਮੈਂ ਸਟਾਰਟਿੰਗ 'ਚ ਜਦੋਂ ਲਿਖਣ ਲੱਗਿਆ ਨਾ, ਜਿਹੜੀਆਂ ਮੈਂ ਜਮਾਂ ਸ਼ੁਰੂ 'ਚ ਕਵਿਤਾਵਾਂ ਲਿਖੀਆਂ ਨਾ, ਉਹ ਮੈਨੂੰ ਵੀ ਹੈਰਾਨ ਕਰਦੀਆਂ ਵੀ ਇਹ ਕਿਵੇਂ ਲਿਖੀਆਂ। ਜਦੋਂ ਮੈਂ ਇੱਧਰ ਆਉਲਿਆ ਸੀਗਾ, ਪਤਾ ਨਹੀਂ ਕਿਵੇਂ ਹੁੰਦਾ, ਸਟਾਰਟਿੰਗ 'ਚ ਕੁਦਰਤੀ ਇਹੋ ਜਿਹੀ ਚੀਜ਼ ਕਈ ਵਾਰ ਲਿਖੀ ਜਾਂਦੀ ਤੁਹਾਡੇ 'ਚੋਂ। ਇਹ ਵੀ ਸਟਾਰਟਿੰਗ 'ਚ ਲਿਖੀ ਗਈ? ਇਹ ਵੀ ਸਟਾਰਟਿੰਗ 'ਚ ਲਿਖੀ ਸੀ। ਔਰ ਕਈ ਵਾਰ ਤੁਹਾਨੂੰ ਐਂ ਲੱਗਦਾ ਹੁੰਦਾ ਕਿ ਇਹ ਮੈਂ ਬਿਲਕੁਲ ਕੱਟੀ ਵੀ ਨਹੀਂ ਬਾਅਦ 'ਚ, ਹੈ ਨਾ। ਕਈ ਵਾਰ ਆਪਾਂ ਬਾਅਦ 'ਚ ਐਂ ਲੱਗਦਾ ਹੁੰਦਾ ਕਿ ਇੱਥੋਂ ਨਹੀਂ ਕੱਟ ਲੈਂਦੇ ਯਾਰ, ਥੋੜਾ ਜਿਹਾ ਇਸ ਤਰ੍ਹਾਂ ਕਰ ਲੈਂਦੇ। ਪਰ ਕਈ ਵਾਰ ਤੁਹਾਡੇ ਅੰਦਰ ਹੀ ਬਸ ਪੂਰੀ ਦੀ ਪੂਰੀ ਕਵਿਤਾ ਆ ਜਾਂਦੀ ਹੈ, ਹੈ ਨਾ। ਤੁਸੀਂ ਹੈਰਾਨ ਹੁੰਦੇ ਹੋ ਕਿ ਯਾਰ ਇਹ ਇਸ ਤਰ੍ਹਾਂ ਵੀ ਹੋ ਗਿਆ, ਔਰ ਇਸ ਤਰ੍ਹਾਂ ਦੇ ਹੁੰਦਾ ਇਸ ਤਰ੍ਹਾਂ। ਅੱਛਾ, ਤੇ ਫਿਰ ਇਹ ਲਿਖਦੇ ਰਹੇ, ਪਰ ਇਹ ਕਿਤਾਬ ਬਣਾਉਣ ਦਾ ਮਤਲਬ ਕਿਤਾਬ ਦਾ ਰੂਪ ਦੇਣ ਦਾ ਹਿਸਾਬ ਕਿਤਾਬ ਕਦੋਂ ਤੁਹਾਡਾ ਬਣਿਆ, ਜਾਂ ਕਦੋਂ ਤੁਹਾਡੇ ਵਿਚਾਰ ਆਇਆ ਵੀ ਹੁਣ ਨਹੀਂ ਕਿਤਾਬ ਛਾਪ? ਪਹਿਲੀ ਕਿਤਾਬ ਤਾਂ ਬੜੀ ਮੈਂ ਜਲਦੀ ਕਰ ਲਈ, ਔਰ ਫਿਰ ਮੈਨੂੰ ਬਾਅਦ 'ਚ ਤੁਹਾਨੂੰ ਲੱਗਦਾ ਹੁੰਦਾ ਕਿ ਯਾਰ ਥੋੜਾ ਟਾਈਮ ਹੋਰ ਰੁਕ ਜਾਂਦੇ ਹਨ। ਫਿਰ ਉਸ ਤੋਂ ਬਾਅਦ ਜਿਹੜੀਆਂ ਵੀ ਮੇਰੀਆਂ ਕਿਤਾਬਾਂ ਆਉਂਦੀਆਂ, ਮੇਰੇ 4 ਸਾਲ ਤੋਂ ਮੇਰਾ ਗੈਪ ਪੈ ਜਾਂਦਾ, ਕਿਉਂਕਿ ਤੁਸੀਂ ਚੰਗੀ ਤਰ੍ਹਾਂ ਦੇਖ ਲੈਂਦੇ ਹੋ। 14 ਤੋਂ ਬਾਅਦ 18 ਚ ਆਈ? 18 ਚ ਆਈ ਦੂਜੀ ਕਿਤਾਬ? ਹਾਂਜੀ। ਔਰ ਉਦੋਂ ਬਾਅਦ ਮੇਰੀ 1 ਸਾਲ 'ਚ ਦੂਸਰੀ ਕਿਤਾਬ ਆ ਗਈ। ਇਹ ਹੈਗੇ ਨੇ ਕੁਝ ਪਿਆਰੇ ਕੁਝ ਨਿਆਰੇ। ਇਹ ਨਾ ਕਾਵ ਚਿੱਤਰ ਨੇ, ਇਹ ਲੋਕਾਂ ਬਾਰੇ ਲਿਖੀਆਂ ਹੋਈਆਂ ਕਿਤਾਬਾਂ ਨੇ, ਦੋਸਤਾਂ ਬਾਰੇ। ਕੁਝ ਪਿਆਰੇ, ਕੁਝ ਤਾਂ ਜਿਹੜੇ ਪਿਆਰੇ ਸੀ, ਕੁਝ ਜਿਹੜੇ ਨਿਆਰੇ ਸੀਗੇ ਦੁਨੀਆ। ਜਿਵੇਂ ਹੁਣ ਜਰਨੈਲ ਸਿੰਘ ਫੁੱਟਬਾਲਰ ਬਾਰੇ ਮੈਂ ਲਿਖਿਆ, ਸੁਰਜੀਤ ਪਾਤਰ ਬਾਰੇ ਮੈਂ ਕਵਿਤਾ ਲਿਖੀ, ਮੋਹਨਜੀਤ ਬਾਰੇ ਲਿਖੀ, ਹੈ ਨਾ। ਹੋਰ ਮੇਰੇ ਦੋਸਤ ਨੇ ਨਰੇਸ਼ ਸਕਸੇਨਾ ਬਾਰੇ ਮੈਂ ਕਵਿਤਾ ਲਿਖੀ। ਯਾਨੀ ਕਿ ਉਹਨਾਂ ਦੇ ਜਿਹੜੇ ਕਾਵ ਚਿੱਤਰ ਸੀ, ਵਿਅਕਤੀ ਕਾਵ ਚਿੱਤਰ ਸੀ, ਉਹ 2019 ਚ ਹੀ ਆ ਗਈ ਸੀ, ਕਿਉਂਕਿ ਮੈਂ ਨਾਲ ਦੀ ਨਾਲ ਲਿਖਦਾ ਰਹਿੰਦਾ ਸੀਗਾ। ਇਹ ਇੱਕ ਤਰ੍ਹਾਂ ਦਾ ਯਾਨੀ ਕਿ ਤੁਹਾਡਾ ਮਿੱਥ ਕੇ ਇੱਕ ਕੰਮ ਹੁੰਦਾ ਹੈ ਨਾ। ਫਿਰ ਉਸ ਤੋਂ ਬਾਅਦ 19 ਤੋਂ ਬਾਅਦ ਫਿਰ ਉਦੋਂ ਬਾਅਦ 3 4 ਸਾਲ ਮੇਰੇ ਪੈਂਦੇ ਰਹੇ, ਉਹ ਕਿਤਾਬਾਂ ਉਵੇਂ ਮੇਰੀਆਂ ਆਈਆਂ ਉਸ ਤੋਂ ਬਾਅਦ ਫਿਰ। ਅੱਛਾ, ਤੇ ਰੀਸੈਂਟਲੀ ਤੁਹਾਡੀ ਨਾ ਕਿਤਾਬ ਦੀ ਬੜੀ ਇੱਕ ਚਰਚਾ ਛਿੜੀ ਹੋਈ ਆ, ਪੌੜੀਆਂ ਉੱਤਰਦੀ ਛਾਂ। ਹਾਂਜੀ। ਕਿਹੜੀ ਛਾਂ, ਜਿਹੜੀ ਪੌੜੀਆਂ ਉੱਤਰ ਕੇ? ਇਹ ਮੈਂ ਤੁਹਾਨੂੰ ਛਾਂ ਦੱਸ ਹੀ ਦਿੰਦਾ ਜੀ। ਇਹ ਬੜੀ ਲੋਕਾਂ ਨੇ ਮੇਰੀ ਬੜੀ ਪਸੰਦ ਕਰ ਰਹੇ ਨੇ ਕਵਿਤਾ। ਇਹ 'ਚ ਮੇਰਾ ਘਰ ਹੁਣੇ ਮੁਕੰਮਲ ਹੋਇਆ ਹੈ। ਮੇਰਾ ਘਰ ਹੁਣੇ ਮੁਕੰਮਲ ਹੋਇਆ ਹੈ। ਇਸ ਵਿੱਚ ਮੇਰੇ ਨਾਲ ਮੇਰੀ ਮਾਂ, ਪਤਨੀ ਅਤੇ ਧੀ ਰਹਿੰਦੀਆਂ ਹਨ। ਇਸ ਕਿਤਾਬ ਦੀਆਂ ਬਹੁਤੀਆਂ ਕਵਿਤਾਵਾਂ ਉਹਨਾਂ ਨਾਲ ਸੰਬੰਧਿਤ ਨੇ। ਕੁਝ ਕਵਿਤਾਵਾਂ ਉਹ ਨੇ ਜੋ ਬਾਹਰੀ ਸੰਸਾਰ ਨਾਲ ਸੰਬੰਧਿਤ ਨੇ, ਪਰ ਇਹ ਘਰ ਹੀ ਹੈ ਜਿਸ ਨੇ ਮੈਨੂੰ ਨੀਝ ਲਾ ਕੇ ਸਭ ਪਾਸੇ ਦੇਖਣ ਦੀ ਤਾਕਤ ਬਖਸ਼ੀ। ਜ਼ਿੰਦਗੀ ਦੀ ਕਰੜੀ ਧੁੱਪ ਤੋਂ ਬਾਅਦ ਮੈਨੂੰ ਇਉਂ ਲੱਗਦਾ ਹੈ ਕਿ ਸ਼ਾਮ ਮੇਰੇ ਨਵੇਂ ਘਰ ਦੀਆਂ ਪੌੜੀਆਂ ਉੱਤਰ ਆਈ ਹੈ। ਮੈਨੂੰ ਇਹ ਵੀ ਯਾਦ ਹੈ ਕਿ ਇਹ ਸਭ ਲੂੰਦੀ ਧੁੱਪ ਕਰਕੇ ਹੀ ਸੰਭਵ ਹੋਇਆ ਹੈ। ਜਿਹੜਾ ਮੇਰਾ ਸਟਰਗਲ ਆ ਲਾਈਫ ਦਾ, ਹੈ ਨਾ। ਤੇ ਉਹ ਐਂ ਲੱਗਦਾ ਕਿ ਤੁਹਾਨੂੰ ਕਿਸੇ ਅਸਮਾਨ, ਕਿਸੇ ਹੋਰ ਤੁਹਾਡੀ ਇੱਛਾ ਸ਼ਕਤੀ ਨਾਲ ਹੀ ਤੁਹਾਨੂੰ ਸ਼ਾਮ ਉੱਤਰ ਕੇ ਤੁਹਾਡੇ ਵਿਹੜੇ ਆਈ ਹੈ, ਹੈ ਨਾ, ਤੁਹਾਡੇ ਘਰ ਆਈ ਹੈ। ਇਸ ਤਰ੍ਹਾਂ ਦਾ ਇਹ ਅਨੁਭਵ ਸੀਗਾ ਜੀ। ਬਹੁਤ ਸੋਹਣੀ ਕਵਿਤਾ ਹੈਗੀ ਹੈ, ਬੜਾ ਸੋਹਣਾ ਬਿੰਬ ਸਿਰਜਦੇ ਹੋ ਤੁਸੀਂ, ਹੈ ਨਾ। ਬੇਟੀ ਬਾਰੇ ਕਵਿਤਾ ਲਿਖੀ ਹੋਈ ਹੈ ਇੱਕ, ਤੁਸੀਂ ਪਹਿਲਾਂ ਵੀ ਸੁਣਾਈ ਸੀ, ਕਾਫੀ ਲਿਖੀਆਂ ਹੋਈਆਂ। ਬੇਟੀ ਬਾਰੇ ਮੇਰੀਆਂ ਬਹੁਤ ਕਵਿਤਾਵਾਂ ਨਹੀਂ ਸੀ। ਇੱਕ ਤੁਹਾਡੀ ਕਿਤਾਬ ਹੀ ਤੁਸੀਂ ਸਾਰੀ ਕਹਿੰਦੇ ਹੋ, ਉਹ ਤਾਂ ਵੀ ਉਹ ਚ ਲਗਭਗ ਸਾਰਿਆਂ ਚ ਦੋਨੇ ਕਿਤਾਬਾਂ ਚ ਮੇਰੀਆਂ 8 10 15 ਕਵਿਤਾਵਾਂ ਬੇਟੀ ਬਾਰੇ, 10 ਕਵਿਤਾਵਾਂ ਹੋਣਗੀਆਂ। ਇੱਕ ਅੱਧੀ ਕਵਿਤਾ ਦੀ ਸਾਂਝ ਪਾਓ ਬੇਟੀ ਬਾਰੇ। ਮੈਂ ਇਉਂ ਵੀ ਦੇਖਣਾ ਹੈ ਕਿਤਾਬ ਚੋਂ ਇੱਕ ਕਵਿਤਾ ਸੁਣਾਉਂਗਾ ਤੇ ਫਿਰ ਦੂਸਰੇ ਵੀ ਸੁਣਾਉਂਗਾ। ਹਾਂ, ਤੁਸੀਂ ਨਾ ਹੁਣ 2-3 ਕਵਿਤਾਵਾਂ ਜੀਆਂ ਆਉਣ ਦਿਓ, ਵਧੀਆ ਜੀਆਂ। ਮੈਂ ਨਾ ਸਾਹਿਤ ਨੂੰ ਮਾਨਣਾ ਚਾਹਣਾ, ਤੁਹਾਡੀ ਲਿਖਤ ਨੂੰ, ਤੁਹਾਡੀ ਕਲਮ ਦੇ ਸਵਾਦ ਨੂੰ ਚਖਣਾ ਚਾਹਣਾ। ਇਹ ਮੇਰੀ ਕਵਿਤਾ ਸੀ ਮੇਰਾ ਬੱਚਾ। ਇਹ ਵੀ ਮੇਰੀ ਚੰਗੀਆਂ ਕਵਿਤਾਵਾਂ ਚੋਂ ਬਹੁਤ ਜਾਨ ਕੇ ਪਸੰਦ ਕੀਤੀ ਜਾਂਦੀ ਹੈ। ਇਹ ਮੇਰਾ ਬੱਚਾ। ਪ੍ਰੈਗਨੈਂਸੀ ਚੈੱਕ ਕੀਤੀ 2 ਲਾਈਨਾਂ। ਪ੍ਰੈਗਨੈਂਸੀ ਚੈੱਕ ਕੀਤੀ 2 ਲਾਈਨਾਂ ਪੋਜ਼ਿਟਿਵ। ਮੈਨੂੰ ਲੱਗਾ ਦੋਵੇਂ ਲਾਈਨਾਂ ਅਸੀਂ ਹੋਏ ਹੋਰ ਕੋਲੇ ਕੋਲੇ।
ਬੱਚੇ ਨੇ ਅਜੇ ਦੁਨੀਆ ਵਿੱਚ ਪੈਰ ਨਹੀਂ ਉਤਾਰੇ, ਬੱਚੇ ਨੇ ਅਜੇ ਦੁਨੀਆ ਵਿੱਚ ਪੈਰ ਨਹੀਂ ਉਤਾਰੇ, ਮੇਰੇ ਵੀ ਧਰਤੀ ਤੇ ਪੈਰ ਨਹੀਂ ਲੱਗ ਰਹੇ। ਪਤਨੀ ਨੂੰ ਉਬਤ ਆਉਂਦੇ ਨੇ, ਪਤਨੀ ਨੂੰ ਉਬਤ ਆਉਂਦੇ ਨੇ, ਮੇਰਾ ਜੀ ਕਰਦਾ ਕੱਢ ਦੇਵਾਂ ਆਪਣੇ ਅੰਦਰੋਂ ਦੁਨੀਆ ਲਈ ਨਫ਼ਰਤ ਗਿਲੇ ਸ਼ਿਕਵੇ। ਭੈਣ ਮਾਂ ਸੱਸ ਕਹਿੰਦੀਆਂ 3 ਮਹੀਨੇ ਦੱਸਿਓ ਨਾ ਕਿਸੇ ਨੂੰ, ਭੈਣ ਮਾਂ ਸੱਸ ਕਹਿੰਦੀਆਂ 3 ਮਹੀਨੇ ਦੱਸਿਓ ਨਾ ਕਿਸੇ ਨੂੰ, ਮੈਨੂੰ ਲੱਗਾ ਸਾਰੀਆਂ ਮਾਵਾਂ ਬਣ ਗਈਆਂ, ਸਾਂਭ ਰਹੀਆਂ ਬੱਚਾ ਆਪਣੇ ਆਪਣੇ ਤਰੀਕੇ ਨਾਲ। ਡਾਕਟਰ ਚੰਗੀ ਸਿਹਤ ਦੱਸਦੀ, ਵੱਧ ਪਾਣੀ ਪੀਣ ਦੀ ਹਿਦਾਇਤ ਕਰਦੀ, ਡਾਕਟਰ ਚੰਗੀ ਸਿਹਤ ਦੱਸਦੀ, ਵੱਧ ਪਾਣੀ ਪੀਣ ਦੀ ਹਿਦਾਇਤ ਕਰਦੀ, ਮੈਂ ਹੰਝੂਆਂ ਦਾ ਮੁਆਵਜ਼ਾ ਮਹਿਸੂਸ ਕਰਦਾ। ਘਰ ਦੀ ਸਾਰੀ ਚੱਕ-ਧਰ ਕਰਦਾ, ਘਰ ਦੀ ਸਾਰੀ ਚੱਕ-ਧਰ ਕਰਦਾ, ਹੁਣ ਜਿਵੇਂ ਮੈਂ ਲੱਭ ਰਿਹਾ ਹੋਵਾਂ ਬੱਚੇ ਨੂੰ ਘਰ ਦੇ ਕੋਨਿਆਂ ਚੋਂ। ਵਾਹ। ਪਤਨੀ ਦਾ ਪੇਟ ਵੱਡਾ ਹੋ ਰਿਹਾ, ਪਤਨੀ ਦਾ ਪੇਟ ਵੱਡਾ ਹੋ ਰਿਹਾ ਤੇ ਮੇਰਾ ਜਿਗਰਾ ਵੀ, ਪਤਨੀ ਦਾ ਪੇਟ ਵੱਡਾ ਹੋ ਰਿਹਾ ਤੇ ਮੇਰਾ ਜਿਗਰਾ ਵੀ, ਦੇ ਦਿਨਾ ਭਾਣ ਗਰੀਬ ਬੱਚਿਆਂ ਨੂੰ। ਉੱਚੀ ਉੱਚੀ ਰੋਣ ਨੂੰ, ਉੱਚੀ ਉੱਚੀ ਰੋਣ ਨੂੰ ਚੰਗੇ ਅਰਥਾਂ ਵਿੱਚ ਵੀ ਲਿਆ ਜਾ ਸਕਦਾ ਹੈ, ਉੱਚੀ ਉੱਚੀ ਰੋਣ ਨੂੰ ਚੰਗੇ ਅਰਥਾਂ ਵਿੱਚ ਵੀ ਲਿਆ ਜਾ ਸਕਦਾ ਹੈ। ਦੱਸਿਆ ਮੇਰੇ ਬੱਚੇ ਨੇ ਅੱਜ ਜਦੋਂ ਆਇਆ ਇਸ ਦੁਨੀਆ ਵਿੱਚ, ਇਹ ਕਵਿਤਾ ਮੈਂ ਨਹੀਂ ਮੇਰੇ ਬੱਚੇ ਨੇ ਲਿਖੀ। ਵਾਹ। ਇਹ ਮੇਰੀ ਵਾਈਫ ਦੇ ਪ੍ਰੈਗਨੈਂਸੀ ਤੋਂ ਬਾਅਦ ਐਂਡ ਜੋ ਮੇਰੇ ਬੇਟੀ ਬੜੀ ਸੋਹਣੀ ਕਵਿਤਾ, ਉਹ ਨਾ ਕਹਿੰਦਾ ਲੂੰ ਕੰਡੇ ਖੜੇ ਕਰਨ ਵਾਲੀ ਕਵਿਤਾ ਹੈਗੀ। ਜਦੋਂ ਤੁਸੀਂ ਫੀਲ ਕਰਦੇ ਹੋ ਨਾ ਉਹ ਸਾਰਾ ਹੀ ਮਾਹੌਲ। ਇਹ ਮੇਰੀ ਬੇਟੀ ਜਦੋਂ ਯਾਨੀ ਕਿ ਮੇਰੀ ਵਾਈਫ ਪ੍ਰੈਗਨੈਂਸੀ ਤੋਂ ਬਾਅਦ ਹੋਈ ਹੈ 2016 2 ਫਰਵਰੀ ਨੂੰ, ਉਦੋਂ ਫਿਰ ਮੇਰੀ ਕਵਿਤਾ ਕੰਪਲੀਟ ਹੋਈ ਹੈ। ਇਹ ਮੇਰੀ ਨਿਰੋਲ ਯਾਨੀ ਕਿ ਤੁਹਾਡਾ ਅਨੁਭਵ ਤੁਹਾਨੂੰ ਕਿਵੇਂ ਤੁਸੀਂ ਕਵਿਤਾ ਸ਼ੁਰੂ ਕਰਤੀ ਸੀਗੀ? ਬਣ ਵਿੱਚ ਖਿਆਲ ਆਈ ਕਿ ਉਹ ਕੰਪਲੀਟ ਯਾਨੀ ਕਿ ਫਿਰ ਜਦੋਂ ਬੱਚਾ ਹੋਇਆ, ਹਾਂ ਯਾਨੀ ਕਿ ਉਹਦੀ ਹੋਣੀ ਉਹਦਾ ਸੀਗਾ ਇਸ ਤਰ੍ਹਾਂ ਦਾ ਹੈ ਨਾ। ਹੁਣ ਮੇਰੀ ਬੱਚੀ ਜਦੋਂ ਬੇਟੀ ਮੇਰੀ ਦੰਦ ਕੱਢਦੀ ਸੀ ਨਾ, ਛੋਟੇ ਛੋਟੇ ਬੱਚੇ ਜਦੋਂ ਦੰਦ ਕੱਢਦੇ ਨੇ ਨਾ ਉਹ ਬੜਾ ਰੋਂਦੇ ਨੇ ਕਿਉਂਕਿ ਪੇਨ ਹੁੰਦੀ ਹੈ। ਉਹ ਸੀ ਹਾਸੇ ਦੀ ਕੀਮਤ। ਛੋਟੀ ਜਿਹੀ ਕਵਿਤਾ। 6 ਮਹੀਨਿਆਂ ਦੀ ਹੋ ਗਈ ਬੇਟੀ ਮੇਰੀ, 6 ਮਹੀਨਿਆਂ ਦੀ ਹੋ ਗਈ ਬੇਟੀ ਮੇਰੀ, ਦੰਦ ਕੱਢ ਰਹੀ, ਬੁਖਾਰ ਹੁੰਦਾ ਹੈ, ਪਸੀਨਾ ਆਉਂਦਾ ਹੈ, ਰਿਹਾੜ ਕਰਦੀ ਰੋਂਦੀ ਹੈ। 6 ਮਹੀਨਿਆਂ ਦੀ ਹੋ ਗਈ ਬੇਟੀ ਮੇਰੀ, ਦੰਦ ਕੱਢ ਰਹੀ, ਬੁਖਾਰ ਹੁੰਦਾ ਹੈ, ਪਸੀਨਾ ਆਉਂਦਾ, ਰਿਹਾੜ ਕਰਦੀ ਰੋਂਦੀ ਹੈ। ਇੱਕ ਸੋਹਣੇ ਹਾਸੇ ਪਿੱਛੇ ਕਿੰਨਾ ਦੁੱਖ ਸਹਿਣਾ ਪੈਂਦਾ ਹੈ, ਇੱਕ ਸੋਹਣੇ ਹਾਸੇ ਪਿੱਛੇ ਕਿੰਨਾ ਦੁੱਖ ਸਹਿਣਾ ਪੈਂਦਾ ਹੈ, ਕੁਝ ਮਹੀਨਿਆਂ ਦਾ ਬੱਚਾ ਸਮਝਾ ਦਿੰਦਾ ਹੈ। ਵਾਹ। ਕਵਿਤਾ ਤੁਹਾਡੀ ਛੋਟੀ ਆ ਪਰ ਉਹਦੇ ਅਰਥ ਬੜੇ ਵੱਡੇ ਨੇ। ਹਾਂਜੀ, ਬੜੀ ਖੂਬਸੂਰਤ ਆ। ਸ਼ੁਕਰੀਆ। ਇਹ ਮੈਨੂੰ ਲੱਗਦਾ ਤੁਸੀਂ ਨਾ ਤੁਹਾਡੀ ਜਿਹੜੀ ਰੋਜ਼ਾਨਾ ਦੀ ਲਾਈਫ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਉਸੇ ਨੂੰ ਤੁਸੀਂ ਫੜ ਕੇ ਕਵਿਤਾ 'ਚ ਪਾ ਦਿੰਦੇ ਹੋ। ਯਾਨੀ ਕਿ ਇਹੀ ਚੀਜ਼ਾਂ ਫੜਨੀਆਂ ਔਖਾ ਹੁੰਦੀਆਂ ਨੇ। ਮੈਂ ਹੁਣ ਯੁਗਾਂਡਾ ਤੇ ਕਵਿਤਾ ਲਿਖਦਾ, ਮੇਰਾ ਵਿਦਆਊਟ ਅਨੁਭਵ ਹੈ ਨਹੀਂ ਕਿ ਉੱਥੇ ਕੀ ਹੋਈ ਜਾਂਦਾ, ਉਹ ਐਂ ਲੱਗਦਾ ਕਿ ਯਾਰ ਵੀ ਨਕਲੀ ਜੀ ਕਵਿਤਾ ਹੈ, ਨਕਲੀ ਕਵਿਤਾ। ਅਸਲੀ ਤੁਹਾਡੇ ਪਿੱਛੋਂ ਕੀ ਉਹਦੀ ਆਰਥਿਕਤਾ, ਕੀ ਸਮਾਜਿਕਤਾ। ਅਸਲੀ ਕਵਿਤਾ ਕੀ ਹੁੰਦੀ ਹੈ? ਅਸਲੀ ਕਵਿਤਾ ਉਹ ਹੁੰਦੀ ਹੈ ਜਿਹੜੀ ਤੁਹਾਡੇ ਅਨੁਭਵ ਤੁਹਾਡੇ ਅੰਦਰੋਂ ਨਿਕਲੇ ਹੋਵੇ, ਤੁਹਾਡਾ ਆਪਣਾ ਹੱਡੀ ਹੰਡਾਇਆ ਜਿਹੜਾ ਅਨੁਭਵ ਹੋਵੇ ਨਾ, ਉਹ ਹੋਵੇ। ਜਾਂ ਤੁਸੀਂ ਕਿਸੇ ਨਾਲ ਇੰਨਾ ਜੁੜ ਜਾਓ ਕਿ ਤੁਸੀਂ ਉੱਥੇ ਆਪਦੇ ਆਪ ਨੂੰ ਮਹਿਸੂਸ ਕਰੋ ਕਿ ਕਿਸੇ ਨਾਲ ਜ਼ੁਲਮ ਹੋ ਰਿਹਾ, ਯਾਰ ਉਹ ਨਹੀਂ ਹੈਗਾ, ਉਹ ਮੈਂ ਆ। ਤੁਹਾਡੇ 'ਚ ਇੰਨੀ ਸੈਂਸਿਟੀਵਿਟੀ ਹੋਣੀ ਚਾਹੀਦੀ ਹੈ ਤੁਹਾਡੇ 'ਚ, ਯਾਨੀ ਕਿ ਇੰਨਾ ਇਸ ਤਰ੍ਹਾਂ ਦੀ ਸੰਵੇਦਨਾ ਹੋਣੀ ਚਾਹੀਦੀ ਹੈ ਕਿ ਤੁਸੀਂ ਇਹ ਮੰਨ ਸਕੋ ਕਿ ਯਾਰ ਜਿਹੜਾ ਬੰਦੇ ਨਾਲ ਜ਼ੁਲਮ ਹੋ ਰਿਹਾ ਉਹ ਮੈਂ ਆ। ਹਾਂ, ਉਹਦੇ 'ਚ ਉਹ ਪੀੜ ਮੇਰੇ ਤੁਹਾਡੇ ਵੀ ਉਨੀ ਹੋਣੀ ਚਾਹੀਦੀ, ਦਇਆ ਅੰਦਰੋਂ ਆਉਣੀ ਚਾਹੀਦੀ ਹੈ ਤੁਹਾਡੇ ਪੀੜ ਵੀ ਤੁਹਾਡੇ ਵੀ ਉਨੀ ਹੋਣੀ ਚਾਹੀਦੀ। ਅੱਛਾ, ਤੁਹਾਡੀ ਨਾ ਇੱਕ ਕਵਿਤਾ ਮੈਂ ਕਿਤੇ ਸੁਣੀ ਸੀ, ਤੁਸੀਂ ਕਿਤੇ ਬੋਲ ਰਹੇ ਸੀਗੇ, ਉਹ ਕੇਲਾ ਪਤਾ ਨਹੀਂ ਛਿੱਲਣਾ ਤੇ ਉਹ ਖੋਲਣਾ, ਕੀ ਸੀ ਉਹ ਕਵਿਤਾ? ਮਾੜਾ ਦੱਸੋ। ਬੇਟੀ, ਇਹ ਕਵਿਤਾ ਮੇਰੀ ਪੌੜੀਆਂ ਉੱਤਰ ਦੀ ਛਾਂ 'ਚ ਹੈ। ਇਹ ਮੇਰੇ ਖਿਆਲ 'ਚ 2019 ਦੇ ਕਰੀਬ ਮੈਂ ਉੱਥੇ ਦਿੱਲੀ ਕਵਿਤਾ ਯਾਨੀ ਕਿ ਇੱਕ ਨੈਸ਼ਨਲ ਲੈਵਲ ਦਾ ਪੋਇਟਰੀ ਉਹ ਕਵਿਤਾ ਦਾ ਉਹ ਹੁੰਦਾ ਹੈ ਨਾ, ਜਿਹੜਾ ਲਾਲ ਕਿਲੇ ਦੀ ਕਵਿਤਾ ਕਹਿੰਦੇ ਹੁੰਦੇ ਆਪਾਂ, 26 ਜਨਵਰੀ 15 ਅਗਸਤ ਦੀ ਹੁੰਦੀ ਹੈ। ਉੱਥੇ ਮੈਂ ਇਹ ਕਵਿਤਾ ਪਹਿਲੀ ਵਾਰ ਬੋਲੀ ਸੀਗੀ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਸੁਣਾ ਦਿੰਦਾ ਇਹ ਕਵਿਤਾ ਤੁਹਾਨੂੰ। ਹਾਂ, ਸੁਣਾਓ। ਮੇਰੇ ਮੂੰਹ ਜਵਾਨੀ ਯਾਦ ਆ ਕਿਉਂਕਿ ਲੋਕ ਮੈਨੂੰ ਅਕਸਰ ਇਹ ਕਵਿਤਾ ਸੁਣਦੇ, ਉਹ ਫਿਰ ਤੁਹਾਡੇ ਯਾਦ ਹੋ ਜਾਂਦੀਆਂ ਚੀਜ਼ਾਂ। ਕਵਿਤਾ ਹੈਗਾ ਜੀ ਮਾਸੂਮ। ਬੱਚਾ ਕਿਸ ਤਰ੍ਹਾਂ ਲੈਣਾ ਤੇ ਅਸੀਂ ਕਿੰਨੇ ਕਰੂਅਲ ਆ, ਹੈ ਨਾ। ਅਸੀਂ ਸ਼ਬਦਾਂ ਨੂੰ ਕਿਸ ਤਰ੍ਹਾਂ ਯਾਨੀ ਕਿ ਵਰਤਦੇ ਹਾਂ, ਸਾਡੇ ਅੰਦਰੋਂ ਕਿਸ ਤਰ੍ਹਾਂ ਦੇ ਸ਼ਬਦ ਨਿਕਲਦੇ ਆ। ਬੱਚਾ ਮਾਸੂਮ ਹੈ ਜਿਹਨੂੰ ਕਿ ਉਹਨੇ ਉਸ ਤਰ੍ਹਾਂ ਦੀ ਗੱਲ ਕਰਨੀ ਹੈ। ਮਾਸੂਮ ਕਵਿਤਾ ਜੀ। 2.5 ਸਾਲਾਂ ਦੀ ਬੇਟੀ ਮੇਰੀ ਅਕਸਰ ਲਫ਼ਜ਼ਾਂ ਨੂੰ ਇੰਜ ਵਰਤਦੀ ਹੈ। 2.5 ਸਾਲਾਂ ਦੀ ਬੇਟੀ ਮੇਰੀ ਅਕਸਰ ਲਫ਼ਜ਼ਾਂ ਨੂੰ ਇੰਜ ਵਰਤਦੀ ਹੈ। ਪਾਪਾ ਮੇਰੇ ਵਾਲ ਜੋੜ ਦਿਓ, ਪਾਪਾ ਮੈਨੂੰ ਕਿਲਾ ਖੋਲ੍ਹ ਕੇ ਦੇ ਦਿਓ। 2.5 ਸਾਲਾਂ ਦੀ ਬੇਟੀ ਮੇਰੀ ਅਕਸਰ ਲਫ਼ਜ਼ਾਂ ਨੂੰ ਇੰਜ ਵਰਤਦੀ ਹੈ। ਪਾਪਾ
ਮੇਰੇ ਵਾਲ ਜੋੜ ਦਿਓ, ਪਾਪਾ ਮੈਨੂੰ ਕੇਲਾ ਖੋਲ ਕੇ ਦੇ ਦਿਓ, ਮੈਂ ਉਸ ਵਰਗਾ ਮਾਸੂਮ ਸੱਚਾ ਨਹੀਂ ਬਣ ਸਕਦਾ, ਮੈਂ ਉਸ ਵਰਗਾ ਮਾਸੂਮ ਸੱਚਾ ਨਹੀਂ ਬਣ ਸਕਦਾ, ਮੈਂ ਵਾਲਾਂ ਨੂੰ ਬੰਨ੍ਹ ਦਿੰਦਾ ਹਾਂ ਤੇ ਕੇਲਾ ਛਿਲ ਦਿੰਦਾ। ਇਸ ਤਰ੍ਹਾਂ ਦਾ ਯਾਨੀ ਕਿ ਸਾਨੂੰ ਪਤਾ ਕਿ ਅਸੀਂ ਕਿੰਨੇ ਰਫ ਹੋ ਗਏ ਆ, ਹਨਾ ਜੀ। ਦੇਖੋ ਇੱਕ ਮਾਸੂਮ ਬੱਚਾ ਕਿੰਨਾ ਖੂਬਸੂਰਤ ਸ਼ਬਦਾਂ ਨੂੰ ਵਰਤ ਰਿਹਾ ਹੈਗਾ, ਉਹਦਾ ਨਜ਼ਰੀਆ ਕੀ ਹੈਗਾ ਤੇ ਆਪਾਂ ਕਿੱਦਾਂ ਵਰਤਦੇ ਆ, ਹਨਾ, ਸਮਝਦਾਰ ਸਿਆਣੇ ਹੋ ਕੇ। ਇਹਨਾਂ ਦੀਆਂ ਕਹਿ ਲਓ ਵੀ ਜਿਹੜੀ ਸਿਰਜਣਾ ਉਹਦੇ ਬਾਰੇ ਗੱਲਬਾਤ ਹੋ ਰਹੀ ਆ, ਉਹਦੇ ਵਿੱਚ ਇਹਨਾਂ ਦੀਆਂ ਮੌਲਿਕ ਕਿਤਾਬਾਂ ਪੌੜੀਆਂ ਉਤਰਦੀ ਛਾਂ, ਇਉਂ ਵੀ ਵੇਖਣਾ ਹੈ, ਜਾਣਦੇ ਮੈਨੂੰ ਤੇ ਕੁਝ ਪਿਆਰੇ ਕੁਝ ਨਿਆਰੇ, ਇਹ 4 ਕਿਤਾਬਾਂ ਇਹ ਤੁਸੀਂ ਜ਼ਰੂਰ ਪੜ੍ਹਿਓ ਖਰੀਦ ਕੇ, ਠੀਕ ਹੈ। ਤੁਹਾਨੂੰ ਬੜਾ ਵਧੀਆ ਲੱਗੂ। ਕਵਿਤਾ ਦਾ ਤੁਸੀਂ ਟੇਸਟ ਚੱਖ ਲਿਆ ਹੋਣਾ, ਇਹਨਾਂ ਦਾ ਲਿਖਣ ਦਾ ਅੰਦਾਜ਼ ਕਿੱਦਾਂ, ਛੋਟੇ ਜਿਹੇ ਵਿੱਚ ਨਾ ਬੜੀ ਵੱਡੀ ਗੱਲ ਕਹਿ ਜਾਂਦੇ ਨੇ, ਬੜੀ ਪਿਆਰੀ ਗੱਲ ਕਹਿ ਜਾਂਦੇ ਨੇ, ਬੜੀ ਸੋਹਣੀ ਤੇ ਮਾਸੂਮ ਗੱਲ ਕਹਿ ਜਾਂਦੇ ਨੇ। ਅੱਛਾ, ਇਹ ਤੁਹਾਡੀ ਸਿਰਜਣਾ ਬਾਰੇ ਗੱਲ ਚੱਲ ਰਹੀ ਹੈ। ਹੁਣ ਅੱਗੇ ਨਾ ਤੁਹਾਡੇ ਸੰਪਾਦਨਾ ਤੇ ਅਨੁਵਾਦ ਵਾਲੇ ਪਾਸੇ ਆਪਣਾ ਵਧਣਾ, ਤੁਸੀਂ ਕਿਹੜੀ ਚੀਜ਼ ਤੇ ਪਹਿਲਾਂ ਗੱਲ ਕਰਨੀ ਚਾਹੋਗੇ? ਮੈਂ ਸੰਪਾਦਨਾ ਤੇ ਗੱਲ ਕਰ ਲਾਂ ਜੀ। ਸੰਪਾਦਨਾ ਜੀ, ਮੈਂ ਇੱਕ ਕਿਤਾਬ ਪੰਛੀਆਂ ਤੇ ਕਿਤਾਬ ਐਡਿਟ ਕੀਤੀ ਸੀ। ਹੁਣ ਇੱਕ ਨਾ ਥੋੜਾ ਜਿਹਾ ਮੈਂ ਕਹਿਣਾ ਵੀ ਹਰੇਕ ਨੂੰ ਨਹੀਂ ਪਤਾ ਹੁੰਦਾ, ਹਨਾ, ਜਿਵੇਂ ਆਮ ਜਿਹੜੇ ਹੁੰਦੇ ਆ ਨਾ, ਜਿਹੜੇ ਲੋਕ ਸੁਣਨ ਵਾਲੇ ਹੁੰਦੇ ਆ, ਉਹਨਾਂ ਨੂੰ ਇਹ ਨਹੀਂ ਪਤਾ ਸੰਪਾਦਨਾ ਤੇ ਅਨੁਵਾਦ ਦੇ ਵਿੱਚ, ਹਨਾ, ਤੇ ਮੌਲਿਕਤਾ ਮਤਲਬ ਵੀ ਥੋੜੇ ਡੂੰਘੇ ਸ਼ਬਦ ਆ ਗਏ, ਉਹ ਵੀ ਸਮਝਾ ਦਈਏ ਮਾੜਾ। ਉਹ ਮੈਂ ਸਮਝਾ ਰਿਹਾ ਜੀ। ਜਿਹੜਾ ਸੰਪਾਦਨਾ ਹੁੰਦੀ ਹੈ, ਜਿਵੇਂ ਹੁਣ ਮੇਰੇ ਜੀ ਚਾਹੇ ਪੰਛੀ ਹੋ ਜਾਵਾਂ, ਇਹ ਬਾਕੀ ਸਾਰੇ ਪੰਜਾਬੀ ਦੇ ਜਿੰਨੇ ਵੀ ਕਵੀ ਅੱਛੇ ਕਵਿਤਾ ਲਿਖਦੇ ਨੇ, ਜਾਣੀ ਕਿ ਉਹਨਾਂ ਦੇ ਨਾ ਪੰਛੀਆਂ ਤੇ ਕਵਿਤਾਵਾਂ ਇਕੱਠੀਆਂ ਕਰਕੇ ਇੱਕ ਜਗ੍ਹਾ ਸ਼ਾਮਲ ਕੀਤੀਆਂ ਨੇ। ਬੁੱਕ ਦਾ ਰੂਪ ਦਿੱਤਾ, ਬੁੱਕ ਦਾ ਰੂਪ ਦਿੱਤਾ ਜੀ, ਪੰਛੀਆਂ ਤੇ ਅਲੱਗ-ਅਲੱਗ। ਮਤਲਬ ਉਹਦੇ 'ਚ ਤੁਹਾਡੀ ਆਪ ਦੀ ਕੋਈ ਲਿਖਤ ਨਹੀਂ, ਆਪਣੀ ਵੀ ਹੋਊਗੀ, ਆਪਦੀ ਹੋਊਗੀ, ਆਪਣੀ ਇੱਕ ਅੱਧੀ ਆਪਣੀ ਵੀ ਹੋਏਗੀ। ਬਕਾਇਦਾ ਸਾਰਿਆਂ ਦੇ ਨਾਮ ਲਿਖੇ ਹੋਏ ਨੇ ਕਿ ਫਲਾਨੀ, ਮੰਨ ਲਓ ਸ਼ਿਵ ਕੁਮਾਰ ਬਟਾਲਵੀ ਨੇ ਪੰਛੀ ਤੇ ਲਿਖਿਆ ਸੀ, ਜੀ ਚਾਹੇ ਪੰਛੀ ਹੋ ਜਾਵਾਂ। ਐਸ ਮੀਸ਼ਾ ਦੀ ਕਵਿਤਾ ਹੈ, ਯਾਨੀ ਕਿ ਇਸ ਉੱਪਰ ਨਾਮ ਪਾਏ ਹੋਏ ਨੇ ਸਾਰਿਆਂ ਦੇ, ਉਹਨਾਂ ਦੀ ਕਵਿਤਾਵਾਂ ਨੇ ਸਾਰੀਆਂ ਇਕੱਠੀਆਂ ਕਰਕੇ ਕਵਿਤਾਵਾਂ ਇੱਕ ਕਿਤਾਬ 'ਚ ਪਾ ਕੇ ਪੰਛੀਆਂ ਬਾਰੇ ਇੱਕ ਕਿਤਾਬ ਐਡਿਟ ਕੀਤੀ ਹੈ। ਜਿਵੇਂ ਹੁਣ ਮਨਮੋਹਨ ਦੀ ਹੋਰਾਂ ਦੀ ਕਿਤਾਬ ਮੈਂ ਐਡਿਟ ਕੀਤੀ ਸੀ, ਵਿਟੋ। ਇਹਨਾਂ ਦੀਆਂ ਮਨਮੋਹਨ ਹੋਰਾਂ ਦੀਆਂ ਸਾਰੀਆਂ ਚੰਗੀਆਂ ਕਿਤਾਬਾਂ ਇੱਕ ਜਗ੍ਹਾ 'ਚ ਲੈ ਕੇ ਮੈਂ ਇਕੱਠੀਆਂ ਕਰਕੇ ਇੱਕ ਜਗ੍ਹਾ ਛਾਪੀਆਂ ਸੀਗੀਆਂ। ਇਹ ਆਰਟੀਕਲ, ਇਹ ਮਨਮੋਹਨ ਹੋਰਾਂ ਦੀ ਜ਼ੀਲ ਕਿਤਾਬ ਸੀਗੀ, ਉਹਨਾਂ ਦੇ ਆਰਟੀਕਲ ਇਕੱਠੇ ਕੀਤੇ ਅਲੱਗ-ਅਲੱਗ ਲੇਖਕਾਂ ਤੇ ਉਹਨਾਂ ਦੀ ਕਿਤਾਬ ਬਾਰੇ। ਠੀਕ ਹੈ, ਇਹ ਹੈ ਜੀ। ਅਨੁਵਾਦ ਹੁੰਦਾ ਹੈ ਕਿ ਤੁਸੀਂ ਕਿਸੇ ਦੀ ਰਚਨਾ ਨੂੰ ਲੈਂਦੇ ਹੋ ਔਰ ਉਹਨੂੰ ਟਰਾਂਸਲੇਟ ਕਰਦੇ ਹੋ, ਤਰਜਮਾ ਕਰਦੇ ਹੋ ਉਹਦਾ, ਤੇ ਔਰ ਉਹਨੂੰ ਤੁਸੀਂ ਛਾਪਦੇ ਹੋ। ਅਨੁਵਾਦ ਤੁਹਾਡਾ ਹੋਏਗਾ, ਮੂਲ ਲਿਖ ਹੋਏਗਾ। ਜਿਵੇਂ ਰਾਮ ਕੁਮਾਰ ਤਿਵਾੜੀ ਦੀ ਇਹ ਕਿਤਾਬ ਹੈ, ਅਸਮਾਨ ਨੂੰ ਸੂਰਜ ਯਾਦ ਨਹੀਂ, ਅਨੁਵਾਦ ਜਗਦੀਪ ਸਿੱਧੂ। ਠੀਕ ਹੈ ਜੀ। ਤੇ ਇਸ ਤਰ੍ਹਾਂ ਦਾ ਇਹਦਾ ਹੁੰਦਾ ਜੀ। ਇਹ ਸੰਪਾਦਨਾ ਜਿਹੜੀ ਸੰਪਾਦਕ ਕਿਤਾਬ ਹੈ ਪੰਛੀਆਂ ਤੇ ਮੇਰੀ ਆਈ ਸੀਗੀ ਜੀ ਚਾਹੇ ਪੰਛੀ ਹੋ ਜਾਵਾਂ। ਠੀਕ ਹੈ। ਇੱਕ ਜ਼ੀਲ ਆਈ ਸੀ, ਜ਼ੀਲ ਤੇ ਆਈ ਸੀ। ਜ਼ੀਲ ਦੀ ਕਾਵਿ ਲਖਨਤਾ, ਅਲੱਗ-ਅਲੱਗ ਆਲੋਚਨਾਤਮਕ ਲੇਖ ਸੀਗੇ ਔਰ ਇਹ 'ਚ ਚੋਣਵੀਆਂ ਕਵਿਤਾਵਾਂ ਮਨਮੋਹਨ ਹੋਰਾਂ ਦੀਆਂ ਸੀਗੀਆਂ। ਤੇ ਸੰਪਾਦਿਤ ਕਿਤਾਬ 'ਚੋਂ ਮੈਂ ਤੁਹਾਨੂੰ ਨਾ ਇੱਕ ਕਵਿਤਾ ਸੁਣਾ ਦਿੰਦਾ। ਸਾਡੇ ਦੋਸਤ ਸੀਗੇ ਅਨਿਲ ਆਦਮਹੂ ਜੀ, ਉਹਨਾਂ ਨੂੰ ਮੈਂ ਨਮਨ ਕਰਦਾ। ਕੁਛ ਹੀ ਮਹੀਨੇ ਪਹਿਲਾਂ ਉਹ ਸਾਥੋਂ ਜੁਦਾ ਹੋ ਗਏ ਨੇ, ਇਸ ਦੁਨੀਆ ਨੂੰ ਛੱਡ ਗਏ ਨੇ। ਉਹਨਾਂ ਨੂੰ ਨਮਨ ਕਰਦਾ ਹੋਇਆ ਮੈਂ ਇਹਨਾਂ ਦੀ ਕਵਿਤਾ ਵੀ ਪੜਾਂਗਾ ਔਰ ਇੱਕ ਸੰਪਾਦਿਤ ਕਿਤਾਬ 'ਚ ਇੱਕ ਕਵਿਤਾ ਵੀ ਹੋ ਜਾਏਗੀ। ਠੀਕ ਹੈ ਜੀ। ਕਵਿਤਾ ਦਾ ਨਾਮ ਵੀ ਨਜ਼ਮ ਹੀ ਹੈ। ਜਦੋਂ ਸੌਣ ਆਉਂਦਾ ਹੈ ਮੋਰ ਪੈਲਾਂ ਪਾਉਂਦਾ ਹੈ, ਜਦੋਂ ਸੌਣ ਆਉਂਦਾ ਹੈ ਮੋਰ ਪੈਲਾਂ ਪਾਉਂਦਾ ਹੈ, ਮੈਂ ਆਪਣੇ ਨਿੱਕੇ ਅੱਖਰਾਂ ਨਾਲ ਮੋਰ ਦੇ ਉਦਾਸ ਪੈਰ ਢੱਕ ਦਿੰਦਾ। ਜਦੋਂ ਸੌਣ ਆਉਂਦਾ ਹੈ ਮੋਰ ਪੈਲਾਂ ਪਾਉਂਦਾ ਹੈ, ਮੈਂ ਆਪਣੇ ਨਿੱਕੇ ਨਿੱਕੇ ਅੱਖਰਾਂ ਨਾਲ ਮੋਰ ਦੇ ਉਦਾਸ ਪੈਰ ਢੱਕ ਦਿੰਦਾ। ਕਵੀ ਹਾਂ, ਇੰਨਾ ਤਾਂ ਕਰ ਹੀ ਸਕਦਾ। ਛੋਟੀ ਜਿਹੀ ਕਵਿਤਾ ਜੀ ਅਨਿਲ ਆਦਮਹੂ ਹੋਰਾਂ ਦੀ, ਤੇ ਬੜੀ ਪਿਆਰੀ ਹੈ। ਹਾਂਜੀ। ਅੱਛਾ, ਇਹ ਤਾਂ ਹੋਊਗੀ ਮਤਲਬ ਕਿਤਾਬ ਸਾਰੇ ਪੰਛੀਆਂ ਬਾਰੇ, ਜਿਹਨੇ ਵੀ ਕਿਸੇ ਵੀ ਸ਼ਾਇਰ ਨੇ ਲਿਖਿਆ, ਕੁਦਰਤ ਤੇ ਬੜਾ ਲਿਖਿਆ, ਪੰਛੀਆਂ ਤੇ ਬੜਾ ਲਿਖਿਆ, ਹਨਾ। ਹਾਂਜੀ, ਬਿਲਕੁਲ। ਹੁਣ ਅੱਗੇ ਜੇ ਮੈਂ ਗੱਲ ਕਰਾਂ, ਅਨੁਵਾਦ ਦੀ ਗੱਲ ਕਰਾਂ, ਅੱਜ ਕੱਲ੍ਹ ਨਾ ਜਿਹੜਾ ਫੇਸਬੁੱਕ ਤੇ ਹੀ ਬੜੀ ਇੱਕ ਚੁੰਝ ਚਰਚਾ ਛਿੜੀ ਹੋਈ ਆ ਪਿਛਲੇ ਸਮੇਂ ਦੇ ਵਿੱਚ, ਬੜੇ ਐਸੇ ਕਹ ਲਓ ਵੀ ਕਿੰਨਾ ਔਖਾ ਕੰਮ ਆ ਅਨੁਵਾਦ ਦਾ, ਤੁਸੀਂ ਇਹ ਦੱਸੋ ਪਹਿਲਾਂ ਤਾਂ। ਅਨੁਵਾਦ ਦਾ ਕੰਮ ਵੀ ਜਿੰਨਾ ਸਿਰਜਣ ਦਾ ਕੰਮ ਹੁੰਦਾ ਹੈ ਉਦੋਂ ਘੱਟ ਕੰਮ ਨਹੀਂ ਹੁੰਦਾ। ਇਹ ਵੀ ਇਹ ਐ ਨਹੀਂ ਹੈਗਾ ਕਿ ਤੁਸੀਂ ਬੈਠੇ ਜੀ ਅੱਜ 15 ਕਵਿਤਾਵਾਂ ਕਰਤੀਆਂ, ਇਸ ਤਰ੍ਹਾਂ ਨਹੀਂ ਹੁੰਦਾ। ਅਨੁਵਾਦ ਨੂੰ ਤੁਸੀਂ ਯਾਨੀ ਕਿ ਉਹਦੇ ਸੱਭਿਆਚਾਰਕ ਪੱਖ ਤੋਂ, ਮੰਨ ਲਓ ਨੀਲਮ ਕੁਮਾਰ ਮੈਂ ਕੀਤਾ, ਨੀਲਮ ਕੁਮਾਰ ਤੁਹਾਨੂੰ ਮੈਂ ਉਦਾਹਰਨ ਦੇਣਾ। ਨੀਲਮ ਕੁਮਾਰ ਬਹੁਤ ਔਖਾ ਕਵੀ ਹੈ। ਇਹ ਅਸਾਮੀ ਭਾਸ਼ਾ 'ਚ ਲਿਖਦਾ
ਅਸਾਮੀ ਭਾਸ਼ਾ 'ਚ ਮੈਨੂੰ ਹਿੰਦੀ 'ਚ ਇਹਦੀਆਂ ਕੁਝ ਕਵਿਤਾਵਾਂ ਉਪਲਬਧ ਸੀਗੀਆਂ ਤੇ ਕੁਝ ਮੈਂ ਇੰਗਲਿਸ਼ 'ਚੋਂ ਕੀਤੀਆਂ। ਔਰ ਇਹ ਅਸਮ ਤੇ ਪੰਜਾਬ ਦਾ ਬਹੁਤ ਯਾਨੀ ਕਿ ਫਰਕ ਹੈ ਸੱਭਿਆਚਾਰਕ ਤੌਰ ਤੇ। ਉਹਨਾਂ ਦੇ ਸੱਭਿਆਚਾਰ ਦੇ ਜਿਹੜੇ ਪ੍ਰਪੇਖ ਹੁੰਦੇ ਨੇ ਉਹ ਕਿਸ ਤਰ੍ਹਾਂ ਦੇ ਨੇ, ਆਪਣੇ ਕਿਸ ਤਰ੍ਹਾਂ ਦੇ ਨੇ ਹਨਾ, ਉਹ ਸਾਰਾ ਸਮਾਤੋਲ ਬਿਠਾਉਣਾ, ਫਿਰ ਭਾਸ਼ਾ ਦਾ ਸਮਾਤੋਲ ਬਿਠਾਉਣਾ, ਫਿਰ ਸ਼ਬਦ ਨੇ ਉਹ ਹਨਾ, ਤੁਸੀਂ ਉਹੀ ਜਿਹੇ ਹਲਕੇ ਭਾਰੇ ਸ਼ਬਦ ਵੀ ਲੈ ਕੇ ਆਉਣੇ ਹੁੰਦੇ ਨੇ। ਇਹ ਐਂ ਨਹੀਂ ਹੈ ਕਿ ਮਕਾਨ ਕੀ ਜਾਂ ਕੰਮ ਨਹੀਂ ਹੈਗਾ ਕਿ ਤੁਸੀਂ ਹੈ ਜੇ ਮੈਂ ਕਵੀ ਹਾਂ, ਮੈਂ ਆਪਦੇ ਆਪ ਨੂੰ ਠੀਕ ਠਾਕ ਕਵੀ ਤਾਂ ਮੰਨ ਨਹੀਂ ਸਕਦਾ ਵੀ ਮੈਂ ਇਹ ਕਵੀ ਹਾਂ ਤਾਂ ਹੀ ਮੈਂ ਕਵਿਤਾ ਦੇ ਅਨੁਵਾਦ ਕਰ ਸਕਦਾ ਵਧੀਆ। ਅਦਰਵਾਈਜ਼ ਜੇ ਤੁਸੀਂ ਕਵੀ ਨਹੀਂ ਹੈਗੇ ਤਾਂ ਤੁਹਾਨੂੰ ਉਹਦੇ ਜਿਹੜੇ ਵਿੰਬ ਹੁੰਦੇ ਨੇ ਹਨਾ, ਜਿਹੜੀ ਉਹਦੀਆਂ ਪੋਇਟਿਕ ਅਮੇਜ਼ਸ ਹੁੰਦੀਆਂ ਨੇ, ਅਨਸੈਡਨੈਸ, ਅਨਕਿਹਾ ਹੁੰਦਾ, ਉਹ ਤੁਸੀਂ ਨਹੀਂ ਫੜ ਸਕਦੇ। ਬਹੁਤ ਮੁਸ਼ਕਿਲ ਹੁੰਦਾ ਜੇ ਕੋਈ ਸਿੱਧੀ ਜਿਹੀ ਗੱਲ ਕਹਿਣੀ ਹੋਵੇ, ਬੜਾ ਯਾਨੀ ਕਿ ਔਖਾ ਹੁੰਦਾ। ਇਹਦੀਆਂ ਕਵਿਤਾਵਾਂ ਬਹੁਤ ਔਖੀਆਂ ਸੀ। ਕਵਿਤਾ ਦੇ ਵਿੱਚ ਨਾ ਜਿਵੇਂ ਹੁਣ ਤੁਸੀਂ ਅਣਕਿਹਾ ਬਾਲਾ ਹੁੰਦਾ, ਅਣਕਿਹਾ ਥੋੜਾ ਹੁੰਦਾ। ਹਾਂਜੀ ਹਾਂਜੀ। ਤਾਂ ਉਹ ਅਣਕਹੇ ਨੂੰ ਫੜਨਾ ਉਹੀ ਤੁਹਾਨੂੰ ਰੋਮਾਂਚਕ ਜਿਹਾ ਕਰ ਦਿੰਦਾ ਨਾ ਵੀ ਹਾਂ ਤੁਸੀਂ ਉਹ ਇੱਕ ਅੰਦਰ ਇੱਕ ਖਿਆਲ ਜਿਹਾ ਪਾਉਂਦਾ, ਅੱਛਾ ਕੀ ਗੱਲ ਕਰਤੀ। ਉਹ ਵਿੱਚ ਤੁਸੀਂ ਕਵਿਤਾ ਦੇ ਅਭਿਆਸ ਚੋਂ ਗੁਜ਼ਰੇ ਹੋ। ਤੁਸੀਂ ਉਹ ਬੇਟੀ ਵਾਲੀ ਮਾਸੂਮ ਗੱਲਾਂ ਕਰਦੀ ਆ ਹਨਾ ਵੀ ਵਾਲਾਂ ਨੂੰ ਮੈਨੂੰ ਕਹਿੰਦੀ ਪਾਪਾ ਮੇਰੇ ਵਾਲ ਜੋੜ ਦੋ, ਕੇਲਾ ਖੋਲ ਦੋ। ਹਾਂਜੀ, ਕਹਿੰਦਾ ਮੈਂ ਵਾਲ ਜੇ ਮੈਂ ਕਵੀ ਨਾ ਹੋਵਾਂ ਤਾਂ ਉਹਦੇ ਕੋਲ ਦੀ ਲੰਘ ਜਾ, ਵਾਲ ਬੰਨ ਦਿੰਨਾ ਤੇ ਕੇਲਾ ਛਿੱਲ ਦਿੰਨਾ। ਤੁਸੀਂ 4 ਲਾਈਨਾਂ ਹੀ ਬੋਲੀਆਂ ਤੇ ਪਰ ਮੇਰੇ ਅੰਦਰ ਨਾ 1000 ਖਿਆਲ ਚੱਲ ਪਏ ਬੱਚਿਆਂ ਬਾਰੇ। ਹਾਂਜੀ, ਵੀ ਕਿੱਦਾਂ ਸੋਚਦੇ ਆ, ਹੋਰ ਇਦਾਂ ਦੀਆਂ ਕਿਹੋ ਜਿਹੀਆਂ ਗੱਲਾਂ ਜਿਹੜੀਆਂ ਬੱਚੇ ਮਾਸੂਮ ਗੱਲਾਂ ਕਰਦੇ ਆ। ਬੱਚੇ ਮਾਸੂਮ ਗੱਲਾਂ ਜੀ ਐਕਚੁਅਲੀ ਸਾਰਾ ਕੁਝ ਤੁਸੀਂ ਫੜਨਾ ਹੁੰਦਾ ਹੈ ਹਨਾ। ਜਿਵੇਂ ਹੁਣ ਆਪਾਂ ਅਨੁਵਾਦ ਅਣਕਹੇ ਦੀ ਗੱਲ ਹੀ ਹੋ ਰਹੀ ਸੀ, ਅਣਕਹੇ ਦੀ ਗੱਲ ਹੁੰਦੀ ਹੈ। ਜਿਵੇਂ ਅਨੁਵਾਦ ਦੀ ਆਪਾਂ ਗੱਲ ਕਰ ਰਹੇ ਸੀ, ਅਨੁਵਾਦ ਦਾ ਇਹ ਹੁੰਦਾ ਕਿ ਤੁਹਾਨੂੰ ਸਾਰਾ ਕੁਝ ਉਹਦੀ ਭਾਸ਼ਾ, ਉਹਦਾ ਸੱਭਿਆਚਾਰ, ਪ੍ਰਪੇਖ ਸਾਰਾ ਕੁਝ ਫੜਨਾ ਪੈਂਦਾ। ਜੇ ਮੈਂ ਕਵੀ ਹਾਂ ਤਾਂ ਮੈਂ ਉਹਦਾ ਕਵਿਤਾ ਦਾ ਅਣਕਿਹਾ ਬਹੁਤ ਔਖੀ ਕਵਿਤਾ ਹੈ ਛਣਾ, ਬਹੁਤ ਯਾਨੀ ਕਿ ਔਖੇ ਵਿੰਬ ਸੀਗੇ। ਜੇ ਮੈਂ ਕਵੀ ਸੀਗਾ ਮੈਂ ਤਾਂ ਉਹਨੂੰ ਫੜ ਸਕਿਆ ਔਰ ਮੇਰੇ ਨਾਲ ਉਹਦਾ ਵਾਰਤਾਲਾਪ ਵੀ ਹੁੰਦਾ ਰਿਹਾ, ਤਾਂ ਹੀ ਉਹਦੀ ਗੱਲ ਮੈਂ ਸਮਝ ਸਕਦਾ ਸੀ ਜਿਹੜਾ ਮੌਲਿਕ ਕਵੀ ਸੀਗਾ। ਅੱਛਾ, ਤੁਸੀਂ ਪੁੱਛਿਆ ਹੀ ਫੋਨ ਕਰਕੇ? ਹਾਂ, ਮੈਂ ਸਾਰਾ ਕੁਝ ਹੁਣ ਅਲਾਈਵ ਜੇ ਬੰਦਾ ਜਾਉਂਦਾ ਤਾਂ ਉਹ ਸਾਰਿਆਂ ਨਾਲੋਂ ਵੱਧ ਫਾਇਦਾ ਹੁੰਦਾ ਕਿ ਮੈਨੂੰ ਦੂਜੀ ਭਾਸ਼ਾ 'ਚ ਕੋਈ ਸ਼ਬਦ ਨਹੀਂ ਸਮਝ ਲੱਗਦਾ ਕਿ ਤੁਸੀਂ ਇੱਥੇ ਕੀ ਕਹਿਣਾ ਚਾਹੁੰਦੇ ਹੋ, ਤਾਂ ਉਹ ਦੱਸਦਾ ਕਿ ਡਿਟੇਲ 'ਚ ਕਿ ਮੈਂ ਇੱਥੇ। ਤੁਹਾਡੇ ਕੋਲੇ ਇਹ ਕਿਤਾਬ ਕਿਵੇਂ ਪਹੁੰਚੀ ਵੀ ਤੁਸੀਂ ਕਿ ਖੁਦ ਅਪਰੋਚ ਕਰਿਆ ਕੀ ਲੱਗਿਆ? ਐਕਚੁਅਲੀ ਮੈਂ ਨਾ ਕੋਕਰਾਝਾਰ ਇੱਕ ਜਗ੍ਹਾ ਹੈ ਅਸਮ 'ਚ, ਬੋਡੋਲੈਂਡ ਦੇ ਨਾਂ ਨਾਲ ਤੁਹਾਨੂੰ ਪੰਜਾਬ ਦਾ ਬੋਡੋਲੈਂਡ ਦਾ ਬਹੁਤ ਘੇਰਾ ਰੌਲਾ ਚੱਲਿਆ ਸੀਗਾ। ਅਸਮ ਤੋਂ ਗੁਹਾਟੀ ਤੋਂ 80 ਕਿਲੋਮੀਟਰ ਦੂਰ ਕੋਕਰਾਝਾਰ ਹੈ। ਉੱਥੇ ਲਿਟਰੇਚਰ ਵਰਲਡ ਲਿਟਰੇਚਰ ਫੈਸਟੀਵਲ ਹੋਇਆ ਸੀ, ਉੱਥੇ ਆਏ ਹੋਏ ਸੀ। ਇੱਥੇ ਉਹਨਾਂ ਦੀ ਧੁੰਮ ਮੱਚੀ ਹੋਈ ਸੀਗੀ ਪੂਰੀ। ਨੀਲਮ ਕੁਮਾਰ ਹੋ ਰਹੇ ਸੀ ਹਨਾ, ਬਹੁਤ ਅੱਛਾ ਕਵੀ ਸੀਗਾ, ਕਮਾਲ ਦਾ ਕਵੀ। ਉੱਥੇ ਫਿਰ ਇਹਨੂੰ ਮਿਲਿਆ ਤੇ ਉੱਥੋਂ ਇਹਨਾਂ ਮੈਂ ਕਿਹਾ ਯਾਰ ਇਹਨੂੰ ਬੰਦੇ ਨੂੰ ਇਹਨੂੰ ਅਨੁਵਾਦ ਕਰਨਾ ਚਾਹੀਦਾ। ਤੇ ਬਾਅਦ 'ਚ ਫਿਰ ਇਹਨੂੰ ਮੈਂ ਜਦੋਂ ਫੋਨ ਕਰਕੇ ਕਿਹਾ ਕਿ ਮੈਨੂੰ ਯਾਰ ਕੁਛ ਤੂੰ ਆਪਣਾ ਉਹ ਦਿਓ ਹਨਾ ਵੀ ਲਿਟਰੇਚਰ ਆਪਣੀ ਕਵਿਤਾਵਾਂ ਦਿਓ, ਤਾਂ ਫਿਰ ਇਹਨੇ ਮੈਨੂੰ ਕੁਛ ਹਿੰਦੀ ਦੀਆਂ ਕੁਛ ਇੰਗਲਿਸ਼ ਦੀਆਂ ਕਵਿਤਾਵਾਂ ਇਹਨੇ ਮੈਨੂੰ WhatsApp ਵਗੈਰਾ 'ਤੇ ਭੇਜੀਆਂ। ਫਿਰ ਇੱਕ ਕਮ ਸੇ ਕਮ 8-10 ਮਹੀਨੇ ਲਗਾਤਾਰ ਸਾਡਾ ਵਾਰਤਾਲਾਪ ਹੁੰਦਾ ਰਿਹਾ। 8-10 ਮਹੀਨੇ ਯਾਨੀ ਕਿ ਲਗਭਗ ਸਾਲ ਇਹਨੂੰ ਕਿਤਾਬ ਨੂੰ ਲੱਗ ਗਿਆ। ਇਹ ਐਂ ਨਹੀਂ ਹੈਗਾ ਕਿ ਕਈ ਹੁਣ ਜਿਵੇਂ ਅੱਜ ਕੱਲ੍ਹ ਤੁਸੀਂ ਕਹਿੰਦੇ ਹੋ ਅਨੁਵਾਦ ਦੀ ਫੇਸਬੁੱਕ ਤੇ ਚਰਚਾ, ਇੰਨਾ ਆਸਾਨ ਨਹੀਂ ਹੁੰਦਾ। ਲੋਕ ਇੱਕ ਦਿਨ 'ਚ 15-15 ਕਵਿਤਾਵਾਂ ਕਰ ਦਿੰਦੇ ਨੇ। ਉਹ ਤੁਸੀਂ ਇੱਕ ਕਵਿਤਾ ਕਿੰਨੇ ਦਿਨਾਂ 'ਚ ਕਰਦੇ ਹੋ? ਉਹ ਮੈਂ ਬੜੀ ਇੱਕ ਦਿਨ 'ਚ ਕਈ ਵਾਰ 10-15 ਦਿਨ ਵੀ ਲੱਗ ਜਾਂਦੇ ਸੀ। ਹੌਲੀ ਕਵਿਤਾ ਤੇ ਉਹ ਹੌਲੀ ਫਿਰ ਆਏ ਥੋੜ੍ਹੀ ਵੀ ਲਗਾਤਾਰ ਲਿਖਦੇ ਰਹਿੰਦੇ ਸੀ। ਕੋਈ ਸ਼ਬਦ ਫਸ ਜਾਂਦਾ ਤਾਂ ਉਹਨੂੰ ਫਿਰ ਉਹਨੂੰ ਸੋਚਦੇ ਉਹਦੇ ਬਾਰੇ ਹਨਾ। ਤੇ ਹੁਣ ਇਹਦੀ ਵੀ ਕਵਿਤਾ ਤੁਹਾਨੂੰ ਮੈਂ ਇੱਕ ਅੱਧੀ ਸੁਣਾ ਦਿੰਦਾ, ਤੁਹਾਨੂੰ ਪਤਾ ਲੱਗ ਜੂਗਾ ਕਿ ਕਿਸ ਤਰ੍ਹਾਂ ਦਾ ਯਾਨੀ ਕਿ ਇਹਦਾ ਉਹ ਹੈ ਆਪਣਾ ਕਿਸ ਤਰ੍ਹਾਂ ਦਾ ਲਬੋ ਲਬਾਬ, ਕਿਸ ਤਰ੍ਹਾਂ ਦਾ ਇਹਦਾ ਕਵਿਤਾ। ਠੀਕ ਹੈ। ਇਹਦੀ ਕਵਿਤਾ ਹੈਗੀ ਜੀ ਭਲਾ ਆਦਮੀ। ਭਲੇ ਆਦਮੀ ਨੂੰ ਮਿਲ ਕੇ ਤਕਲੀਫ ਹੁੰਦੀ ਹੈ, ਭਲੇ ਆਦਮੀ ਨੂੰ ਮਿਲ ਕੇ ਤਕਲੀਫ ਹੁੰਦੀ ਹੈ, ਇਹ ਸੋਚ ਕੇ ਕਿ ਉਸ ਦੇ ਦੁੱਖ ਹੁੰਦੇ ਨੇ ਅਸੀਮ। ਭਲੇ ਆਦਮੀ ਨੂੰ ਮਿਲਣ ਤੇ ਬਾਹਾਂ ਵਿੱਚ ਭਰ ਲੈਂਦਾ ਹਾਂ ਤੇ ਮਹਿਸੂਸ ਕਰਦਾ ਹਾਂ ਉਹ ਕਿੰਨਾ ਡੁੱਬੇਗਾ, ਕਿੰਨਾ ਰੁਕ ਕੇ ਦੇਖਦਾ ਰਹਿੰਦਾ ਹਾਂ ਉਸ ਦੇ ਹੋਂਠ। ਹੁਣ ਹੋਂਠ ਸ਼ਬਦ ਹੈ, ਹੁਣ ਹੋਂਠ ਮੈਨੂੰ ਪੋਇਟਿਕ ਲੱਗਦਾ ਹੈ ਕਿ ਹੋਂਠ ਹੈ ਯਾਰ ਪੋਇਟਿਕ ਹੈ। ਜੇ ਮੈਂ ਬੁੱਲ ਲਿਖਾਂ ਮੈਨੂੰ ਐਂ ਲੱਗੂ ਕਿ ਵੀ ਬੁੱਲ ਤੇ ਉੱਠਦੇ ਹੁੰਦੇ ਨੇ। ਬੁੱਲ ਇੱਕ ਬੁੱਲ ਆ ਫਸਦੇ, ਬੁੱਲ ਤਾਂ ਯਾਰ ਉੱਠਦੇ ਹੁੰਦੇ ਨੇ, ਬੁੱਲ ਫਸਦੇ ਫੁੱਲ ਬੁੱਲ ਯਾਨੀ ਕਿ ਨਾ ਲਾਊਡ ਸ਼ਬਦ ਹੈ। ਹੋਂਠ ਹੈ ਜਿਹੜਾ ਭਾਵੇਂ ਦੂਸਰੀ ਭਾਸ਼ਾ ਸ਼ਬਦ ਹੈ ਪਰ ਉਹ ਆਪਣੇ ਚ ਰਲਾ ਲਿਆ ਸ਼ਬਦ। ਅੱਛਾ, ਹੀਰ ਦੇ ਵਿੱਚ ਵਾਰਿਸ ਸ਼ਾਹ ਲਿਖਦਾ, ਉਹਨੇ ਬੁੱਲ ਨਹੀਂ ਲਿਖਿਆ ਪੰਜਾਬੀ ਚ ਹੀਰ। ਹੋਂਠ ਸੁਰਖ ਅਕੂਤ ਜਿਵੇਂ ਲਾਲ ਚਮਕਣ। ਹਾਂਜੀ ਹਾਂਜੀ, ਯਾਨੀ ਕਿ ਮੈਂ ਐ ਨਹੀਂ ਕਹਿੰਦਾ ਵੀ ਬੁੱਲ ਮਾੜਾ ਸ਼ਬਦ ਹੈ, ਹੋ ਸਕਦਾ ਕਿਤੇ ਬੁੱਲ ਵੀ ਬਹੁਤ ਅੱਛਾ ਲੱਗਦਾ ਹੋਵੇ, ਪਰ ਮੈਨੂੰ ਇੱਥੇ ਲੱਗਿਆ ਕਿ ਹੋਂਠ ਸ਼ਬਦ ਹੈ ਯਾਰ।
ਹੋਂਠ ਮੈਨੂੰ ਚੰਗਾ ਲੱਗਿਆ, ਮੈਂ ਹੋਂਠ ਸ਼ਬਦ ਵਰਤਿਆ ਹਾਂ ਹਨਾ। ਉਹ ਇੱਕ ਪੋਇਟਿਕ ਸ਼ਬਦ ਹੈ। ਤੁਹਾਨੂੰ ਕਿਸੇ ਨੇ ਕਿ ਇਹੋ ਜਿਹੇ ਪੋਇਟਿਕ ਸ਼ਬਦ ਤੁਹਾਨੂੰ ਤਲਾਸ਼ ਕਰਨੇ ਪੈਂਦੀਆਂ ਚੀਜ਼ਾਂ, ਉਹ ਇੱਕੋ ਦਮ ਕਈ ਵਾਰ ਤੁਹਾਡੇ ਮਾਈਂਡ 'ਚ ਨਹੀਂ ਆਉਂਦੀ, ਪਰ ਤੁਸੀਂ ਸੋਚਦੇ ਹੋ ਹਨਾ, ਉਹ ਵਿਚਰਦੇ ਹੋ। ਅੱਛਾ ਇਹੀ ਗੱਲ ਆ ਨਾ, ਜਿਵੇਂ ਕਿਤੇ ਹੋਰ ਸ਼ਬਦ, ਜਿਵੇਂ ਮੇਰੇ ਨਾਲ ਇੱਕ ਗਾਣਾ ਯਾਦ ਆ ਰਿਹਾ ਸੀ, ਬੁੱਲਾਂ ਤੇ ਉਹਦਾ ਨਾਂ, ਹਾਂ ਉੱਥੇ ਬੁੱਲ ਚੰਗੇ ਲੱਗਦੇ ਕਿੰਨੇ ਸੋਹਣੇ ਲੱਗ ਰਹੇ ਆ ਹਨਾ। ਹਾਂਜੀ ਹਾਂਜੀ। ਹੁਣ ਦੇਖਿਆ ਜਾਵੇ, ਹੁਣ ਜਿਵੇਂ ਉਰਦੂ ਸ਼ਬਦ ਹੈ ਲਬ, ਹਾਂ ਕਈ ਵਾਰ ਲਬ ਹੀ ਲਬ ਪਰ ਆਏ ਹਾਂ ਹਾਂ ਗੀਤ ਸੁਹਾਣੇ ਹਨਾ, ਹਾਂ, ਮਤਲਬ ਵੀ ਹਰ ਇੱਕ ਜਗ੍ਹਾ ਤੇ ਸ਼ਬਦ ਦੀ, ਜਿਵੇਂ ਹਿੰਦੀ ਦਾ ਇੱਕ ਬਹੁਤ ਸੋਹਣਾ ਗਜ਼ਲ ਦੀ ਜਗਜੀਤ ਸਿੰਘ ਦੀ, ਹੋਂਠੋਂ ਸੇ ਛੂ ਲੋ ਮੇਰਾ ਗੀਤ ਅਮਰ ਕਰ ਦੋ ਹਨਾ, ਜੇ ਉੱਥੇ ਉਹ ਲਵ ਕਹੇ ਤਾਂ ਲਵ ਨਹੀਂ ਬਣੂਗਾ ਹਨਾ। ਕਈ ਵਾਰੀ ਜਾਂ ਬੁੱਲ ਕਵੇ ਤਾਂ ਬੁੱਲ ਨਹੀਂ ਜੜੂ, ਉਹਦੀ ਕਈ ਵਾਰੀ ਉਹ ਚਲੋ ਉਹ ਤਾਂ ਗਜ਼ਲ ਸੀ, ਕਈ ਵਾਰੀ ਬਹਿਰ ਵਜ਼ਨ ਦੀ ਪ੍ਰੋਬਲਮ ਵੀ ਆ ਜਾਂਦੀ ਹੈ, ਪਰ ਤੁਹਾਨੂੰ ਪੋਇਟਿਕ ਸ਼ਬਦ ਲੈਣੇ ਪੈਂਦੇ। ਮਤਲਬ ਆਪਾਂ ਮੰਨ ਲਈ ਵੀ ਹਰ ਅੱਖਰ ਦੀ ਹਰ ਜਗ੍ਹਾ ਤੇ ਮਹੱਤਤਾ, ਸੁੰਦਰਤਾ ਅਲੱਗ ਹੁੰਦੀ ਹੈ। ਹਾਂ ਅਲੱਗ ਹੁੰਦੀ ਹੈ। ਕਵਿਤਾ ਜੀ ਨਰੇਸ਼ ਸਕਸੇਨਾ ਹੋਰਾਂ ਦੀ ਕਵਿਤਾ, ਮੇਰਾ ਅਨੁਵਾਦ ਹੈ ਰੰਗ। ਸਵੇਰੇ ਉੱਠ ਕੇ ਦੇਖਿਆ ਤਾਂ ਆਕਾਸ਼ ਲਾਲ ਪੀਲੇ ਸੰਧੂਰੀ ਗੇਰੂਏ ਰੰਗਾਂ ਨਾਲ ਰੰਗਿਆ ਗਿਆ ਸੀ। ਸਵੇਰੇ ਉੱਠ ਕੇ ਦੇਖਿਆ ਤਾਂ ਆਕਾਸ਼ ਲਾਲ ਪੀਲੇ ਸੰਧੂਰੀ ਗੇਰੂਏ ਰੰਗਾਂ ਨਾਲ ਰੰਗਿਆ ਗਿਆ ਸੀ। ਮਜ਼ਾ ਆ ਗਿਆ, ਅਸਮਾਨ ਹਿੰਦੂ ਹੋ ਗਿਆ। ਗੁਆਂਢੀ ਨੇ ਚੀਖ ਕੇ ਕਿਹਾ, ਅਜੇ ਤਾਂ ਹੋਰ ਮਜ਼ਾ ਆਏਗਾ। ਮੈਂ ਕਿਹਾ, ਬਾਰਿਸ਼ ਆਉਣ ਦਿਓ, ਸਾਰੀ ਧਰਤੀ ਮੁਸਲਮਾਨ ਹੋ ਜਾਏਗੀ। ਹਾਏ ਹਰਾ ਰੰਗ ਹੋ ਜਾਏਗਾ ਨਾ, ਸਾਰੀ ਧਰਤੀ ਮੁਸਲਮਾਨ ਹੋ ਜਾਏਗੀ। ਕੀ ਬਾਤ ਹੈ, ਬੜੀ ਖੂਬਸੂਰਤ ਕਵਿਤਾ। ਅੱਛਾ ਇਹ ਸਮੁੰਦਰ ਤੇ ਹੋ ਰਹੀ ਬਾਰਿਸ਼, ਇਸ ਕਿਤਾਬ ਦੀ ਬੜੀ ਚਰਚਾ ਹੋਈ ਸੀਗੀ ਹੈ ਨਾ ਇਹ ਜੀ? 2 ਯੂਨੀਵਰਸਿਟੀਆਂ 'ਚ ਵੀ ਲੱਗੀ ਹੋਈ ਹੈ ਜੀ। ਨਰੇਸ਼ ਸਕਸੇਨਾ ਹੋਰਾਂ ਦੀ ਕਿਤਾਬ ਆ, ਅਨੁਵਾਦ ਪੰਜਾਬੀ ਦੇ ਵਿੱਚ ਜਗਦੀਪ ਸਿੱਧੂ ਹੋਰਾਂ ਦਾ ਹੈਗਾ। ਸੋ ਇਹ ਕਿਤਾਬ ਵੀ ਤੁਸੀਂ ਪੜ੍ਹ ਸਕਦੇ ਹੋ। ਦੇਖੋ 4 ਲਾਈਨਾਂ ਦੀ ਕਵਿਤਾ ਦੇ ਵਿੱਚ ਆਸਮਾਨ ਗੇਰੂਆ ਹੋ ਗਿਆ, ਆਸਮਾਨ ਹਿੰਦੂ ਹੋ ਗਿਆ, ਧਰਤੀ ਮੀਂਹ ਆ ਗਿਆ ਤਾਂ ਮੁਸਲਮਾਨ ਹੋ ਜਾਏ। ਦੇਖੋ ਇੱਕ ਬਿੰਬ ਹੀ ਸਿਰਜਿਆ ਹੋਇਆ, ਅਣਕਿਹਾ ਬੜਾ ਕੁਝ ਹੁੰਦਾ ਇਹਦੇ ਵਿੱਚ। ਤੁਸੀਂ ਪਹਿਲਾਂ ਤੁਹਾਡੀਆਂ ਕਿਤਾਬਾਂ ਤੇ ਜੇ ਮੈਂ ਦੇਖਾਂ ਆ, ਜਿਵੇਂ ਇਉਂ ਵੀ ਵੇਖਣਾ ਹੈ, ਤਾਂ ਤੁਹਾਡੇ ਨਾ ਮਤਲਬ ਵੀ ਪੱਗ ਨਹੀਂ ਹੈਗੀ। ਹਾਂਜੀ ਹਾਂਜੀ। ਇਹ ਫਿਰ ਤੁਸੀਂ ਪੱਗ ਕਦੋਂ ਤੋਂ ਬੰਨਣ ਲੱਗੇ ਹੋ? ਇਹਦੇ ਬਾਰੇ ਵੀ ਥੋੜਾ ਦੱਸੋ। ਪੱਗ ਤੇ ਕਵਿਤਾਵਾਂ ਵੀ ਤੁਸੀਂ ਬਹੁਤ ਸੋਹਣੀਆਂ ਪੱਗ ਤੇ ਮੈਂ ਤੁਹਾਨੂੰ ਇੱਕ ਕਵਿਤਾ ਸੁਣਾ ਦੇਣਾ, ਉਹ 'ਚ ਤੁਹਾਨੂੰ ਬੜਾ ਕੁਝ ਕਲੀਅਰ ਹੋ ਜਾਊਗਾ ਜੀ। ਕਵਿਤਾ ਹੈਗੀ ਦੋਵੇਂ ਲੜ। ਪਤਨੀ ਦੀ ਇੱਛਾ ਵੀ ਇੱਛਾ ਸੀ, ਇਹ ਬੰਨਾ ਮੈਂ ਪੱਗ। ਪਤਨੀ ਦੀ ਵੀ ਇੱਛਾ ਸੀ, ਇਹ ਬੰਨਾ ਮੈਂ ਪੱਗ। ਸੋਚਦਾ ਉਹਦੀ ਕਹੀ ਗੱਲ ਕੋਈ ਸਿਰੇ ਨਹੀਂ ਚੜੀ ਮੈਥੋਂ। ਸੋਚਦਾ ਉਹਦੀ ਕਹੀ ਗੱਲ ਕੋਈ ਸਿਰੇ ਨਹੀਂ ਚੜੀ ਮੈਥੋਂ। ਨਾਰਥ ਸਾਊਥ ਪੋਲ ਰਹੇ ਅਸੀਂ ਦੋਵੇਂ। ਨਾਰਥ ਸਾਊਥ ਪੋਲ ਰਹੇ ਅਸੀਂ ਦੋਵੇਂ। ਹੁਣ ਜਦ ਬੰਨ ਲੈਣਾ ਪੱਗ, ਲੱਗਦਾ ਦੋਵੇਂ ਲੜਾ ਵਾਂਗੂ ਥੋੜਾ ਕੋਲ ਆ ਗਿਆ ਸੀ। ਕੀ ਬਾਤ ਆ ਪਹਿਲਾ ਲੜ ਹੁੰਦਾ ਜਿਹੜਾ ਜੀ, ਤੇ ਜਦੋਂ ਆਪਾਂ ਇੱਥੇ ਲੈ ਕੇ ਆਉਣੇ ਆ, ਤੇ ਆਖਰੀ ਲੜ ਹੁੰਦਾ ਹੈ, ਉਹ ਇਕੱਠੇ ਇੱਥੇ ਨੇੜੇ ਇਕੱਠੇ ਹੋ ਜਾਂਦੇ ਨੇ। ਲੱਗਦਾ ਵੀ ਨੇੜੇ ਆ ਗਏ। ਪਤਨੀ ਵੀ ਕਹਿੰਦੀ ਸੀ ਵੀ ਪੱਗ ਬੰਨਿਆ ਕਰੋ। ਅੱਛਾ ਪਤਨੀ ਨੇ ਤਾਂ ਕਿਹਾ ਸੀ ਨਾ ਪੱਗ ਬੰਨਿਆ ਕਰੋ, ਫਿਰ ਕਦੋਂ ਤੁਹਾਡੇ ਅੰਦਰ ਇਹ ਚੀਜ਼ ਆਈ ਵੀ ਨਹੀਂ ਯਾਰ ਪੱਗ? ਐਕਚੁਅਲੀ ਮੈਂ ਲਾਹੌਰ ਗਿਆ ਸੀ, ਉੱਥੇ ਸਾਰੇ ਦੋਸਤਾਂ ਨੇ ਪੱਗ ਬੰਨੀ ਹੋਈ ਸੀ, ਸਾਰਿਆਂ ਨੇ ਫਿਰ ਪੱਗ 'ਚ ਇੱਕ ਫੋਟੋ ਵੀ ਖਿਚਾਈ ਸੀ। ਉਹ ਤਾਂ ਮੈਨੂੰ ਲੜਾ ਲੱਗਿਆ ਕਿ ਯਾਰ ਵੀ ਪੱਗ ਨਾਲ ਥੋੜਾ ਜਿਹਾ ਮੈਨੂੰ ਵਧੀਆ, ਉੱਥੇ ਬੜੀ ਇੱਜ਼ਤ ਮਾਨ ਜਿਹਾ ਮਿਲਿਆ ਹਨਾ। ਤੇ ਔਰ ਘਰ ਦੇ ਵੀ ਸਾਰੇ ਮੈਨੂੰ ਐਂ ਲੱਗਦਾ ਸੀ ਕਿ ਮੈਨੂੰ ਸਾਰੇ ਆਪਣੇ ਪੁਰਖੇ ਵੀ ਦਿਖਦੇ ਨੇ ਕਿ ਯਾਰ ਸਾਰਿਆਂ ਦੇ। ਤੁਸੀਂ ਇੱਕ ਚੀਜ਼ ਲਿਖੀ ਹੋਈ ਆ ਵੀ ਮੈਂ ਜਦੋਂ ਪੱਗ ਬੰਨਦਾ ਮੈਨੂੰ ਯਾਦ ਆ ਜਾਂਦਾ ਮੇਰੇ ਚਾਚਾ, ਮੇਰਾ ਤਾਇਆ, ਮੇਰਾ ਪਿਓ ਕਿਵੇਂ ਬੰਨਦਾ ਸੀ ਪੱਗ। ਉਹ ਕਿਵੇਂ ਸੀ ਕਵਿਤਾ? ਪੱਗ ਹੈਗੀ ਜੋ ਹੈਗੀ, ਕਵਿਤਾ ਦਾ ਨਾਂ ਹੀ ਪੱਗ ਹੈ। ਹੁਣ ਪੱਗ ਨਾਲ ਨੇੜਤਾ ਵਧੀ ਜਦ, ਯਾਦ ਆਇਆ ਬਹੁਤ ਕੁਝ। ਹੁਣ ਪੱਗ ਨਾਲ ਨੇੜਤਾ ਵਧੀ ਜਦ, ਯਾਦ ਆਇਆ ਬਹੁਤ ਕੁਝ। ਬਹੁਤ ਪਿਆਰੇ ਲੋਕ, ਯਾਦ ਆਇਆ ਤਾਇਆ ਪਾਪਾ ਮਾਮਾ ਕਿੱਦਾਂ ਬੰਨ੍ਹਦੇ ਸੀ ਪੱਗ। ਯਾਦ ਆਇਆ ਤਾਇਆ ਪਾਪਾ ਮਾਮਾ ਕਿੱਦਾਂ ਬੰਨ੍ਹਦੇ ਸੀ ਪੱਗ। ਵਿਸ਼ਮੀ ਨੋਕਦਾਰ ਲਪੇਟੀ, ਹਾਏ ਚੇਤੇ ਆਏ ਉਹ ਵੀ ਜਿਹੜੇ ਨਹੀਂ ਸੀ ਬੰਨ੍ਹਦੇ ਪੱਗ। ਚੇਤੇ ਆਏ ਉਹ ਵੀ ਜਿਹੜੇ ਨਹੀਂ ਸੀ ਬੰਨ੍ਹਦੇ। ਵਿਛ ਹੀ ਗਈ ਪੱਗ ਜਿਵੇਂ ਗਰਮੀਆਂ ਵਿੱਚ ਸਾਰੇ ਸਰੀਰ ਤੇ ਠੰਡੀ ਠਾਰ ਬਣ ਕੇ। ਹਾਂ ਯਾਦ ਆਈ ਉਵੇਂ ਵੀ। ਅੱਛਾ ਪੱਗ ਦਾ ਦੇਖੋ ਜਦੋਂ ਗਰਮੀਆਂ 'ਚ ਪਏ ਨੇ, ਚਾਹੇ ਬਰਾਂਡਿਆਂ 'ਚ ਪਏ ਹੋ, ਚਾਹੇ ਖੇਤ ਕੱਲ੍ਹ ਟਾਲੀ ਦੇ ਥੱਲੇ ਬੈਠੇ ਨੇ ਹਨਾ, ਨਿੰਮ ਦੇ ਥੱਲੇ ਜਾਂ ਕਿੱਕਰ ਥੱਲੇ ਕਿਤੇ ਵੀ ਹਨਾ, ਤਾਂ ਉਹ ਗਿੱਲੀ ਕਰਕੇ ਪੱਗ ਉੱਤੇ ਲੈ ਲੈਣੀ। ਉਹ ਗਰਮੀਆਂ ਹੁੰਦੀਆਂ ਸੀ ਜੇ ਉਹ ਆਪਣੇ ਕਿੰਨੇ ਕਿਹੜੇ ਲੋ ਵਗਦੀ, ਹਾਂਜੀ ਪੱਗ ਨਾਲੇ ਸੁੱਕਦੀ ਜਾਂਦੀ ਤੇ ਨਾਲੇ ਥੋੜਾ ਪਿੰਡੇ ਨੂੰ ਥੋੜਾ ਠੰਡਾ ਤਰਵਾਸਾ ਆਰਾਮ ਵੀ ਮਿਲਦਾ। ਉਸ ਟਾਈਮ ਤਾਂ ਤੁਹਾਨੂੰ ਬਹੁਤ ਆਨੰਦਿਤ ਕਰਦੀ ਸੀ ਉਹ ਹਨਾ। ਉਹੀ ਬਸ ਉਹੀ ਭਾਵ ਨਹੀਂ ਮੈਨੂੰ ਆਪਣੇ ਲੋਕ ਵੀ ਯਾਦ ਆਉਂਦੇ, ਆਪਣੇ ਪੁਰਖੇ ਜਦੋਂ ਉਹ ਸਾਰੇ ਪਲ। ਅੱਛਾ ਤੁਸੀਂ ਨਾ ਪ੍ਰੋਗਰਾਮ ਵੀ ਚੰਡੀਗੜ੍ਹ ਦੇ ਵਿੱਚ, ਤੁਹਾਨੂੰ ਮੈਂ ਦੱਸ ਦੇਵਾਂ ਜਗਦੀਪ ਸਿੱਧੂ ਵਾਹਿਦ ਐਸੇ ਆਰਟਿਸਟ ਨੇ, ਐਸੇ ਲੇਖਕ ਨੇ, ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ, ਕਿਸੇ ਦੀ ਕਿਤਾਬ ਰਿਲੀਜ਼ ਹੋਣੀ ਹੋਵੇ, ਕੋਈ ਪ੍ਰੋਗਰਾਮ ਹੋਰ ਕਰਾਉਣਾ ਹੋਵੇ, ਤਾਂ ਇਹ ਮੋਹਰੀ ਹੁੰਦੇ ਨੇ। ਥੋੜਾ ਜਿਹਾ ਦੱਸੋ ਉਹਦੇ ਬਾਰੇ ਵੀ। ਅਸੀਂ ਐਕਚੁਅਲੀ ਨਾ 2 ਮੰਚ ਬਣਾਏ ਹੋਏ ਨੇ, ਇੱਕ ਤਾਂ ਸੁਰਸਾਂਝ ਕਲਾ ਮੰਚ ਖਰੜ ਔਰ ਚੰਡੀਗੜ੍ਹ ਸਕੂਲ ਆਫ ਪੋਇਟਰੀ ਕ੍ਰਿਟਿਸਿਜ਼ਮ।
ਚੰਡੀਗੜ੍ਹ ਸਕੂਲ ਆਫ ਪੋਇਟਰੀ ਕ੍ਰਿਟਿਸਿਜ਼ਮ 'ਚ ਅਸੀਂ ਸਿਰਫ ਪੋਇਟਰੀ ਦੀਆਂ ਕਿਤਾਬਾਂ ਲੈਂਦੇ ਹਾਂ, ਕਵਿਤਾ ਦੀਆਂ ਕਿਤਾਬਾਂ ਲੈਂਦੇ ਹਾਂ, ਉਹਨਾਂ ਤੇ ਸਮਾਗਮ ਕਰਾਉਂਦੇ ਹਾਂ। ਸੁਰ ਸਾਂਝ ਕਲਾ ਮੰਚ ਅਸੀਂ ਹਰ ਵਿਧਾ ਦੇ ਯਾਨੀ ਕਿ ਲੋਕ ਲਈਦੇ ਆ ਔਰ ਉਹਨਾਂ ਤੇ ਯਾਨੀ ਕਿ ਰੂਬਰੂ ਕਰਾਈਦਾ ਹੈ, ਕਿਤਾਬਾਂ ਦੇ ਚਰਚਾ ਕਰਾ, ਜਿਵੇਂ ਕਹਾਣੀ ਤੇ ਇੱਕ ਹੈ ਨਾ ਦੂਸਰੇ ਅਸੀਂ ਇੱਕ ਇਹ ਸੁਰ ਸਾਂਝ ਵੱਲੋਂ ਅਸੀਂ ਇਹ ਸ਼ੁਰੂ ਕੀਤਾ ਹੋਇਆ ਕਿ ਦੂਸਰੀ ਭਾਸ਼ਾ ਦਾ ਇੱਕ, ਚਾਹੇ ਉਹ ਛੱਤੀਸਗੜ੍ਹ ਤੋਂ ਹੋਵੇ, ਕਿਤੋਂ ਵੀ ਹੋਵੇ, ਇੱਕ ਭਾਸ਼ਾ ਦਾ ਇੱਕ ਕਵੀ ਜਾਂ ਕੋਈ ਹੋਰ ਕਹਾਣੀਕਾਰ ਬੁਲਾਈਏ, ਉਹਨੂੰ ਸਾਡੇ ਲੋਕਾਂ ਦੇ ਰੂਬਰੂ ਕਰੀਏ। ਪਹਿਲੀ ਵਾਰ ਉਹ ਜਦੋਂ ਤੁਸੀਂ ਕਰਦੇ ਹੋ, ਕਿਉਂਕਿ ਆਪਣੇ ਕੋਲ ਸਮਾਂ ਬਹੁਤ ਥੋੜਾ ਹੈਗਾ, ਮੈਂ ਨਾ ਤੁਹਾਡੇ ਕਰਨ ਕਰਾਉਣ ਦੇ ਪਿੱਛੇ ਲੁਕੇ ਮੰਤਵ ਬਾਰੇ ਜਾਣਨਾ ਚਾਹੁੰਦਾ। ਜਦੋਂ ਬਾਹਰੋਂ ਤੁਸੀਂ ਲੇਖਕਾਂ ਨੂੰ ਬੁਲਾਉਣੇ ਹੋ ਤਾਂ ਉਹਦਾ ਪੋਜ਼ਿਟਿਵ ਪੱਖ ਕੀ ਨਿਕਲ ਕੇ ਆਉਂਦਾ ਸਾਹਮਣੇ? ਨਰੇਸ਼ ਸਕਸੇਨਾ ਪਹਿਲੀ ਵਾਰ ਬੁਲਾਇਆ ਸੀ ਜੀ ਅਸੀਂ, ਤੇ ਇਹ ਯਾਨੀ ਕਿ ਪਹਿਲੀ ਵਾਰ ਇਹ ਬੁਲਾਏ ਸੀ, ਫਿਰ ਰਾਮ ਕੁਮਾਰ ਯਾਨੀ ਕਿ ਨੀਲਮ ਕੁਮਾਰ ਜੀ ਆਏ ਸੀਗੇ, ਫਿਰ ਰਾਮ ਕੁਮਾਰ ਤਿਵਾੜੀ ਆਏ ਸੀ। ਸਾਡਾ ਮੰਤਵ ਇਹ ਹੁੰਦਾ ਕਿ ਸਾਡੇ ਸਰੋਤੇ, ਸਾਡੇ ਪਾਠਕ ਦੂਸਰੀਆਂ ਭਾਸ਼ਾਵਾਂ ਦੇ ਕਵੀਆਂ ਨੂੰ ਦੇਖ ਸਮਝ ਵੀ ਉਹ ਕੀ ਕਹਿੰਦੇ ਨੇ, ਕਿਸ ਤਰ੍ਹਾਂ ਆਪਣੀ ਗੱਲ ਕਹਿੰਦੇ ਨੇ, ਉਹ ਕੀ ਪੜ੍ਹਦੇ ਨੇ, ਕੀ ਲਿਖਦੇ ਨੇ, ਅਸੀਂ ਰੂਬਰੂ ਕਰਦੇ ਇਹਨਾਂ ਦੇ, ਹੈ ਨਾ। ਇਹ ਸਾਡਾ ਮੰਤਵ ਮੇਨ ਇਹ ਹੁੰਦਾ। ਔਰ ਅਸੀਂ ਛੋਟੇ ਸ਼ਬਦਾਂ 'ਚ ਗੱਲ ਮੈਂ ਖਤਮ ਕਰਦਾ ਕਿ ਜਦੋਂ ਇਹ ਅਸੀਂ ਇਹਨਾਂ ਨੂੰ ਲੈ ਕੇ ਆਉਣੇ ਤਾਂ ਅਸੀਂ ਇਹਨਾਂ ਨੂੰ ਨਾ ਉੱਥੇ ਜ਼ਰੂਰ ਲੈ ਕੇ ਜਾਂਦੇ ਹਾਂ, ਚਮਕੌਰ ਸਾਹਿਬ ਲੈ ਕੇ ਜਾਂਦੇ ਹਾਂ ਤੇ ਫਤਿਹਗੜ੍ਹ ਸਾਹਿਬ ਲੈ ਕੇ ਜਾਂਦੇ ਹਾਂ। ਫਿਰ ਇਹ ਸਾਡੀ ਹਿਸਟਰੀ ਕਹਿੰਦੇ ਬੜਾ ਹੈਰਾਨ ਹੁੰਦੇ ਨੇ, ਕਹਿੰਦੇ ਯਾਰ ਅਸੀਂ ਸੁਣਿਆ ਤਾਂ ਸਭ ਕੁਝ ਹੁੰਦਾ, ਪਰ ਜਦੋਂ ਅਸੀਂ ਖੁਦ ਦੇਖਦੇ ਹਾਂ ਤਾਂ ਸਾਨੂੰ ਲੱਗਦਾ। ਔਰ ਨੀਲਮ ਕੁਮਾਰ ਨੇ ਉੱਥੇ ਜਾ ਕੇ ਆਸਾਮੀ ਭਾਸ਼ਾ 'ਚ ਆਪਣੇ ਗੁਰੂ ਦੇ ਬੱਚਿਆਂ ਬਾਰੇ, ਸਾਹਿਬਜ਼ਾਦਿਆਂ ਬਾਰੇ ਉੱਥੇ ਕਵਿਤਾਵਾਂ ਲਿਖੀਆਂ, ਬਹੁਤ ਖੂਬਸੂਰਤ ਕਵਿਤਾਵਾਂ। ਜਦੋਂ ਇੱਧਰ ਆ ਕੇ ਗਏ ਉਹ? ਹਾਂਜੀ। ਸੋ ਇਹ ਤੁਹਾਡੀ ਇਹ ਪ੍ਰੋਗਰਾਮ ਕਰਵਾਉਣ ਦਾ, ਕਹ ਲਓ ਵੀ ਇਹ ਜਿਹੜਾ ਪੋਜ਼ਿਟਿਵ ਪੱਖ ਹੈ, ਤੁਸੀਂ ਸਾਡੇ ਵਿਹੜੇ ਆਏ, ਗੱਲਾਂ ਬਹੁਤ ਸਹੀਆਂ ਰਹਿ ਗਈਆਂ, ਕਾਫੀ ਗੱਲਾਂ, ਕਦੇ ਫੇਰ ਆਪਾਂ ਸਾਂਝ ਪਾਵਾਂਗੇ ਸ਼ਾਇਦ ਦੀ। ਤੁਹਾਡਾ ਇੱਥੇ ਆਉਣ ਤੇ ਹਾਜ਼ਰੀ ਲਵਾਉਣ ਤੇ ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ। ਜਸ ਟੀਵੀ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਇੱਥੇ ਬੁਲਾਇਆ। ਬੜੀਆਂ ਗੱਲਾਂ ਮੇਰੀਆਂ ਛੁਪੀਆਂ ਰਹਿ ਜਾਂਦੀਆਂ ਮੇਰੇ ਅੰਦਰ, ਔਰ ਮੈਨੂੰ ਕਰਕੇ ਵੀ ਗੱਲਾਂ ਚੰਗਾ ਲੱਗਿਆ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਜਗਦੀਪ ਸਿੱਧੂ ਜੀ, ਤੇ ਇਹਨਾਂ ਦੀਆਂ ਕਿਤਾਬਾਂ ਤੁਸੀਂ ਖਰੀਦ ਸਕਦੇ ਹੋ, ਮੰਗਵਾ ਸਕਦੇ ਹੋ, ਪੜ੍ਹ ਸਕਦੇ ਹੋ। ਪ੍ਰੋਗਰਾਮ ਸਾਹਿਤਕ ਤੰਦਾਂ ਵਿੱਚ ਅੱਜ ਦੇ ਲਈ ਇੰਨਾ ਹੀ। ਬੱਚਿਆਂ ਨੂੰ ਸਾਹਿਤ ਦੇ ਨਾਲ ਜੋੜੋ, ਸਾਹਿਤ ਨਾਲ ਪਿਆਰ ਪਾਓ, ਭਾਸ਼ਾ ਦੇ ਨਾਲ ਜੋੜੋ, ਸੋ ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੀ ਮਾਂ ਬੋਲੀ ਨਾਲ, ਆਪਣੀਆਂ ਜੜ੍ਹਾਂ ਨਾਲ ਜੁੜੀ ਰਹੇ। ਪ੍ਰੋਗਰਾਮ ਕਿਵੇਂ ਲੱਗਿਆ info@ਜਸ ਬ੍ਰੌਡਕਾਸਟਿੰਗ ਤੇ ਲਿਖ ਕੇ ਸਾਨੂੰ ਸੁਨੇਹੇ ਭੇਜਿਓ। ਅੱਜ ਦੇ ਲਈ ਇੰਨਾ ਹੀ। ਆਪਣਾ ਰੱਖੋ ਖਿਆਲ, ਜੁੜੇ ਰਹੋ ਜਸ ਪੰਜਾਬੀ ਦੇ ਨਾਲ, ਤੇ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।